ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਭੱਟ ਸਹਿਬਾਨ ਵੱਲੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਦੇ ਵਿੱਚ ਜੋ ਪਾਵਨ ਬਚਨ ਉਚਾਰਨ ਕੀਤੇ, ਜਿਨ੍ਹਾਂ ਵਿੱਚੋਂ ਅੱਜ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ ਹੈ। ਅੰਮ੍ਰਿਤਮਈ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਇਆ ਜਾ ਰਿਹਾ ਹੈ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਨਾਰਦ ਧਰੂ ਪ੍ਰਹਿਲਾਦ ਸੁਦਾਮਾ। ਪੁਬ ਭਗਤ ਹਰ ਕੇ ਜੋ ਗਣੰ। ਅੰਬਈਕ ਜੈਦੇਵ ਤ੍ਰਿਲੋਚਨ ਨਾਮਾ। ਅਵਰ ਕਬੀਰ ਪਣੰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਭੱਟ ਸਹਿਬਾਨ ਵੱਲੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਉਸਤਤ ਕਰਦਿਆਂ ਹੋਇਆਂ ਪਾਵਨ ਬਚਨ ਉਚਾਰਨ ਕੀਤੇ। ਅੱਜ ਦਾ ਜੋ ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਪਾਵਨ ਅੰਗ 1405 ਦੇ ਉੱਪਰ ਸੁਭਾਏਮਾਨ ਹੈ। ਭੱਟ ਬੱਲ ਜੀ ਦੇ ਅੰਮ੍ਰਿਤਮਈ ਬਚਨ ਉਚਾਰਨ ਕੀਤੇ ਹੋਏ ਆਪ ਜੀ ਨੇ ਸਰਵਨ ਕੀਤੇ ਨੇ, ਜਿਹਦੇ ਵਿੱਚ ਭੱਟ ਜੀ ਕਹਿ ਰਹੇ ਨੇ ਕਿ ਸੰਸਾਰ ਦੇ ਅੰਦਰ ਭਗਤੀ ਕਰਨ ਵਾਲੇ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਣ ਵਾਲੇ ਜਿਹੜੇ ਭਗਤ ਹੋਏ ਨੇ, ਗਿਣੇ ਜਾਂਦੇ ਨੇ, ਮੰਨੇ ਜਾਂਦੇ ਹਨ, ਆਖੇ ਜਾਂਦੇ ਨੇ, ਉਹਨਾਂ ਦਾ ਜ਼ਿਕਰ ਭੱਟ ਜੀ ਕਰਦੇ ਨੇ। ਨਾਰਦ ਧਰੂ ਪ੍ਰਹਿਲਾਦ ਸੁਦਾਮਾ। ਪੁਬ ਭਗਤ ਹਰ ਕੇ ਜੋ ਗਣੰ। ਨਾਰਦ ਵਰਗੇ, ਧਰੂ ਵਰਗੇ, ਪ੍ਰਹਿਲਾਦ ਵਰਗੇ, ਸੁਦਾਮੇ ਵਰਗੇ। ਪੁਬ ਦਾ ਅਰਥ ਹੈ ਪੂਰਬਲਾ ਸਮਾਂ, ਜੋ ਪਿਛਲਾ ਸਮਾਂ ਬਤੀਤ ਹੋਇਆ। ਸਮੇਂ ਦੀ ਵੰਡ ਜਿਹੜੀ ਹੈ ਉਹ ਕੀਤੀ ਗਈ। ਹਾਲਾਂਕਿ ਕਦੋਂ ਦਾ ਇਹ ਸੰਸਾਰ ਦਾ ਸਮਾਂ ਸ਼ੁਰੂ ਹੋਇਆ, ਇਹ ਤੇ ਅਸੀਂ ਦੱਸ ਨਹੀਂ ਸਕਦੇ, ਪਰ ਇੱਕ ਸਮੇਂ ਦੀ ਵੰਡ ਕਰ ਦਿੱਤੀ ਗਈ। ਇਹਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਸਤਯੁਗ ਵਿੱਚ, ਤ੍ਰੇਤਾ ਵਿੱਚ, ਦੁਆਪਰ ਵਿੱਚ ਔਰ ਕਲਯੁਗ ਦੇ ਵਿੱਚ। ਔਰ ਚਾਰੇ ਹੀ ਯੁਗਾਂ ਦੇ ਵਿੱਚ, ਚਾਰੇ ਹੀ ਸਮਿਆਂ ਦੇ ਵਿੱਚ ਪਰਮੇਸ਼ਵਰ ਦੇ ਨਾਮ ਦੀ ਭਗਤੀ ਕਰਨ ਵਾਲੇ ਭਗਤ ਹੋਏ ਨੇ, ਤੇ ਨਿਰੰਕਾਰ ਵਾਹਿਗੁਰੂ ਆਪਣੇ ਭਗਤ ਜਨਾਂ ਦੀ ਲਾਜ ਰੱਖਦਾ ਆਇਆ।
ਔਰ ਉਹ ਹਮੇਸ਼ਾ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਜਦੋਂ ਅਸੀਂ ਭਗਤ ਜਨਾਂ ਦੀ ਗੱਲ ਕਰੀਏ ਤੇ ਅੰਮ੍ਰਿਤ ਬਾਣੀ ਵਿੱਚ ਹੁਣੇ ਹੀ ਕੀਰਤਨ ਰੂਪ ਵਿੱਚ ਤੁਸੀਂ ਸਰਵਣ ਕੀਤਾ, ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਾਂ ਅੰਮ੍ਰਿਤਮਈ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਭਗਤਾਂ ਦੀ ਤੂੰ ਸਦਾ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਉਹ ਧੁਰ ਤੋਂ ਹੀ, ਮੁੱਢ ਤੋਂ ਹੀ, ਜਦੋਂ ਦੀ ਇਹ ਸੰਸਾਰ ਦੀ ਰਚਨਾ ਹੋਈ, ਜਦੋਂ ਇਹ ਸੰਸਾਰ ਦਾ ਸਮਾਂ ਜਿਹੜਾ ਸਮੇਂ ਦੀ ਚਾਲ ਚੱਲੀ, ਮੁੱਢ ਤੋਂ ਹੀ ਉਹ ਆਪਣੇ ਭਗਤ ਜਨਾਂ ਦੀ ਲਾਜ ਅਕਾਲ ਪੁਰਖ ਪਰਮੇਸ਼ਵਰ ਰੱਖਦੇ ਆਏ ਔਰ ਹਰ ਵੇਲੇ ਰੱਖਦੇ ਨੇ। ਇਸ ਲਈ ਕਹਿ ਰਹੇ ਨੇ ਕਿ ਨਾਰਦ ਵਰਗੇ, ਧਰੂ ਵਰਗੇ, ਪ੍ਰਹਲਾਦ ਵਰਗੇ, ਸੁਦਾਮੇ ਵਰਗੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਭਗਤ ਹਰੀ ਦੇ ਗੁਣ ਗਾਉਣ ਵਾਲੇ ਔਰ ਗੁਣ ਗਾਉਂਦਿਆਂ ਉਹਦੇ ਵਿੱਚ ਲੀਨ ਹੋ ਜਾਣ ਵਾਲੇ ਜਿਹੜੇ ਗਿਣੇ ਜਾਂਦੇ ਹਨ, ਅੰਬਰੀਕ, ਜੈਦੇਵ, ਤਿਰਲੋਚਨ, ਨਾਮਾ, ਅਵਰ, ਕਬੀਰ, ਭਣੰ। ਇਹਨਾਂ ਤੋਂ ਇਲਾਵਾ ਅੰਬਰੀਕ, ਜੈਦੇਵ, ਤਿਰਲੋਚਨ ਔਰ ਕਬੀਰ ਜੀ ਵਰਗੇ ਜਿਹੜੇ ਭਗਤ ਆਖੇ ਜਾਂਦੇ ਨੇ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਹੈ ਔਰ ਇਹ ਸਾਰਿਆਂ ਨੂੰ ਸੰਸਾਰ ਜਿਹੜਾ ਉਹ ਚੰਗੀ ਤਰ੍ਹਾਂ ਭਲੀ ਭਾਂਤ ਜਾਣਦਾ ਹੈ। 15 ਭਗਤਾਂ ਦੇ ਵਿੱਚ ਜੋ ਵੀ ਸਾਨੂੰ ਉਹਨਾਂ ਦੇ ਰਾਹੀਂ ਸਮਝਾਇਆ ਗਿਆ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਜੈਦੇਵ ਜੀ, ਭਗਤ ਸਦਨਾ ਜੀ, ਬਾਬਾ ਫਰੀਦ ਸਾਹਿਬ ਵਰਗੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਹੈ, ਆਖੇ ਜਾਂਦੇ ਨੇ ਕਿ ਇਹ ਉਹ ਭਗਤ ਨੇ ਜਿਨ੍ਹਾਂ ਨੇ ਭਗਤੀ ਦਾ ਜਾਗ ਅੰਦਰ ਲਾ ਕੇ ਉਸ ਮਾਲਕ ਦੇ ਗੁਣ ਗਾ ਕੇ ਆਪਣਾ ਆਪ ਨਿਰੰਕਾਰ ਨੂੰ ਸਮਰਪਣ ਕਰਕੇ ਉਹਦੇ ਵਿੱਚ ਇੱਕਮਿਕ ਹੋ ਗਏ। ਹੁਣ ਉਸਤਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ, ਪਰ ਭੱਟ ਬੱਲ ਜੀ ਇਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲ ਹੀ ਆਉਣਾ ਹੈ। ਭੱਟ ਜੀ ਕਹਿੰਦੇ ਆ ਕਿ ਇਹ ਜਿੰਨੇ ਵੀ ਭਗਤ ਨੇ ਇਹ ਸਾਰੇ ਹੀ ਉਸ ਰੱਬ ਦੇ ਪਿਆਰੇ ਆਖੇ ਜਾਂਦੇ ਨੇ ਔਰ ਮੰਨੇ ਜਾਂਦੇ ਹਨ। ਤਿਨ ਕੋ ਅਵਤਾਰ ਪਇਓ ਕਲ ਪਿੰਤਰ, ਜਸ ਜਗਤਰ ਪਰ ਛਾਇਓ। ਇਹ ਜਿੰਨੇ ਵੀ ਸੰਸਾਰ ਦੇ ਵਿੱਚ, ਕਿਉਂਕਿ ਇੱਥੇ ਕਲ ਦਾ ਅਰਥ ਅਸੀਂ ਸੰਸਾਰ ਕਰਾਂਗੇ, ਕਲ ਦਾ ਅਰਥ ਕਲਯੁਗ ਵੀ ਹੁੰਦਾ ਹੈ, ਪਰ ਜਦੋਂ ਅਸੀਂ ਇਹਦਾ ਅਰਥ ਕਲਯੁਗ ਕਰਾਂਗੇ, ਤਿੰਨ ਕਉ ਅਵਤਾਰ ਭਇਓ ਕਲ ਭੀਤਰ, ਤਾਂ ਫਿਰ ਜਿਹੜੇ ਨਾਰਦ ਵਰਗੇ, ਧਰੂ, ਪ੍ਰਹਲਾਦ ਵਰਗੇ, ਇਹ ਜਿਹੜੇ ਅੰਬਰੀਕ, ਜੈਦੇਵ ਵਰਗੇ ਭਗਤ ਹੋਏ ਨੇ, ਇਹ ਤੇ ਬਹੁਤ ਸਮਾਂ ਪਹਿਲਾਂ ਜਿਵੇਂ ਸਮੇਂ ਦੀ ਵੰਡ ਕੀਤੀ ਹੈ, ਉਸ ਸਮੇਂ ਦੀ ਵੰਡ ਦੇ ਅਨੁਸਾਰ ਕੋਈ ਸਤਯੁਗ ਦਾ ਹੈ, ਕੋਈ ਤ੍ਰੇਤੇ ਦਾ ਹੈ, ਕੋਈ ਦੁਆਪਰ ਦਾ ਹੈ। ਤੇ ਜਿਹੜੇ ਅਜੋਕੇ ਸਮੇਂ ਜਿਹਨੂੰ ਕਲਯੁਗ ਕਿਹਾ ਜਾਂਦਾ ਹੈ, ਉਹ 15 ਭਗਤ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਨੇ। ਹੁਣ ਉਸ ਗੱਲ ਸਾਰਿਆਂ ਦੀ ਹੋਈ ਹੈ ਕਿ ਤਿੰਨ ਕਉ ਅਵਤਾਰ, ਇਹਨਾਂ ਸਾਰਿਆਂ ਦਾ ਹੀ ਇਸ ਧਰਤੀ ਤੇ ਆਉਣਾ ਜਿਹੜਾ ਹੋਇਆ, ਔਰ ਇਹਨਾਂ ਨੇ ਭਗਤੀ ਵਿੱਚ ਲੀਨ ਹੋ ਕੇ ਆਪਣੇ ਜੀਵਨ ਨੂੰ ਭਰਮ ਵਿੱਚੋਂ ਕੱਢ ਕੇ, ਗਿਆਨ ਹਾਸਲ ਕਰਕੇ, ਮੋਹ ਮਾਇਆ ਦਾ ਤਿਆਗ ਕਰਕੇ ਉਸ ਨਿਰੰਕਾਰ ਵਿੱਚ ਲੀਨ ਹੋ ਗਏ। ਇਹਨਾਂ ਦਾ ਸੰਸਾਰ ਵਿੱਚ ਆਉਣਾ ਜਿਹੜਾ ਹੈ ਉਹ ਸਮੇਂ ਦੇ ਅਨੁਸਾਰ ਹੋਇਆ, ਜਾਂ ਸੰਸਾਰ ਦੇ ਵਿੱਚ ਇਹਨਾਂ ਦਾ ਆਉਣਾ ਹੋਇਆ, ਔਰ ਜਦੋਂ ਆਏ ਇਹਨਾਂ ਨੇ ਭਗਤੀ ਕੀਤੀ, ਉਸ ਮਾਲਕ ਦੇ ਗੁਣ ਗਾਏ। ਮਾਲਕ ਦੇ ਗੁਣ ਗਾਉਂਦਿਆਂ ਆਪਣੇ ਆਪ ਨੂੰ ਮਾਇਆ ਦੇ ਮੋਹ ਵਿੱਚੋਂ ਨਿਰਲੇਪ ਕੀਤਾ।
ਬ੍ਰਹਮ ਦਾ ਗਿਆਨ ਹਾਸਲ ਕਰਕੇ ਮੋਹ ਮਾਇਆ ਤੋਂ ਉੱਪਰ ਉੱਠੇ, ਉਪਰਾਮ ਹੋ ਗਏ ਔਰ ਉਸ ਮਾਲਕ ਵਿੱਚ ਸਦਾ ਲਈ ਇੱਕ ਮਿਕ ਅਭੇਦ ਹੋ ਗਏ। ਇਸ ਲਈ ਕਹਿੰਦੇ ਉਹਨਾਂ ਦਾ ਇਸ ਜਗਤਰ ਵਿੱਚ, ਇਸ ਸੰਸਾਰ ਦੇ ਵਿੱਚ ਬਹੁਤ ਵੱਡਾ ਜਸ ਹੈ, ਬਹੁਤ ਵੱਡਾ ਉਹਨਾਂ ਦੀ ਸ਼ੋਭਾ ਸੰਸਾਰ ਦੇ ਵਿੱਚ ਹੁੰਦੀ ਹੈ, ਕਿਉਂਕਿ ਉਹਨਾਂ ਨੇ ਭਗਤੀ ਕੀਤੀ ਹੈ। ਉਹ ਸੰਸਾਰ ਵਿੱਚ ਮੋਹ ਮਾਇਆ ਤੋਂ ਨਿਰਲੇਪ ਹੋ ਗਏ ਨੇ। ਤਾਂ ਹੀ ਤਾਂ 15 ਭਗਤਾਂ ਦੀ ਅਸੀਂ ਉਸਤਤ ਗੁਰਬਾਣੀ ਦੇ ਵਿੱਚੋਂ ਦੀ ਕਰਦੇ ਹਾਂ। ਕਬੀਰ ਜੀ ਦੇ ਅਸੀਂ ਗੁਣ ਗਾਉਂਦੇ ਹਾਂ, ਭਗਤ ਰਵਿਦਾਸ ਜੀ ਦੇ ਗੁਣ ਗਾਉਂਦੇ ਹਾਂ। ਉਹਨਾਂ ਦੀ ਜਿਹੜੀ ਰਚਨਾ ਹੈ ਬਾਣੀ ਦੀ, ਉਹਨਾਂ ਵਿੱਚੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਨੇ। ਭੱਟ ਜੀ ਕਹਿੰਦੇ ਨੇ ਕਿ ਤਿੰਨ ਕੋ ਅਵਤਾਰ ਭਇਓ ਕਲ ਭੀਤਰ, ਜਿਹੜਾ ਇਹਨਾਂ ਦਾ ਸੰਸਾਰ ਵਿੱਚ ਸਮੇਂ ਅਨੁਸਾਰ ਦੁਨੀਆ ਦੇ ਵਿੱਚ ਆਉਣਾ ਹੋਇਆ, ਜਸ ਜਗਤਰ ਪਰ ਛਾਇਆਓ, ਇਹਨਾਂ ਦਾ ਜਸ ਪੂਰੇ ਜਗਤ ਵਿੱਚ ਛਾ ਗਿਆ। ਪੂਰੀ ਦੁਨੀਆ ਵਿੱਚ ਇਹਨਾਂ ਦਾ ਜਸ ਜਿਹੜਾ ਸੀ ਉਹ ਛਾ ਗਿਆ। ਇਹਨਾਂ ਦੀ ਸ਼ੋਭਾ ਜਿਹੜੀ ਸੀ ਹੋਈ, ਇਹਨਾਂ ਦੇ ਗੁਣ ਜਿਹੜੇ ਨੇ ਉਹ ਸਾਰਾ ਸੰਸਾਰ ਗਾਉਂਦਾ ਹੈ। ਸ਼੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਭੱਟ ਜੀ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ, ਆਉਣਾ ਤੁਹਾਡਾ ਵੀ ਸੰਸਾਰ ਦੇ ਵਿੱਚ ਇਹੀ ਸੰਸਾਰ ਹੈ। ਇਹ ਨਹੀਂ ਕਿ ਕਬੀਰ ਜੀ ਵੇਲੇ ਸੰਸਾਰ ਹੋਰ ਸੀ ਜਾਂ ਧਰੂ ਤੇ ਪ੍ਰਹਲਾਦ ਵੇਲੇ ਸੰਸਾਰ ਦੀ ਰਚਨਾ ਹੋਰ ਸੀ। ਜਿੰਨੇ ਵੀ ਇਹ ਪੂਰਬਲੇ ਭਗਤ ਹੋਏ ਨੇ ਪਿਛਲੇ ਸਮੇਂ ਦੇ ਦੌਰਾਨ, ਇਹ ਨਹੀਂ ਕਿ ਉਹਨਾਂ ਦੇ ਸਮੇਂ ਦੇ ਵਿੱਚ ਇਹ ਦੁਨੀਆ, ਇਹ ਸੰਸਾਰ ਜਿਹੜਾ ਸੀ ਇਹ ਵੱਖਰਾ ਸੀ। ਇਹੀ ਸੂਰਜ ਹੈ, ਇਹੀ ਆਸਮਾਨ ਹੈ, ਇਹੀ ਧਰਤੀ ਹੈ, ਇਹੀ ਜਿਹੜੇ ਦਰਿਆ ਨੇ, ਇਹੀ ਪਹਾੜ ਨੇ, ਇਹੀ ਦੁਨੀਆ ਹੈ। ਬਸ ਸਾਡੇ ਰਹਿਣ ਸਹਿਣ ਦਾ ਢੰਗ ਤਰੀਕਾ ਅੱਜ ਹੋਰ ਸੀ, ਅੱਜ ਹੋਰ ਹੈ ਤੇ ਕੱਲ ਹੋਰ ਸੀ। ਪੁਰਾਤਨ ਸਮੇਂ ਵਿੱਚ ਸਾਡੇ ਰਹਿਣ ਸਹਿਣ ਦਾ ਤੌਰ ਤਰੀਕਾ ਜਿਹੜਾ ਹੋਰ ਸੀ, ਅੱਜ ਹੋਰ ਹੈ। ਸੰਸਾਰ ਉਹੀ ਹੈ, ਦੁਨੀਆ ਦੇ ਅੰਦਰ ਆਸਮਾਨ, ਇਹ ਧਰਤੀ, ਇਹ ਸਭ ਕੁਝ ਉਹੀ ਹੈ। ਬਸ ਸਾਡੇ ਰਹਿਣ ਸਹਿਣ ਦਾ, ਬੋਲ ਚਾਲ ਦਾ, ਖਾਣ ਪੀਣ ਦਾ ਢੰਗ ਤਰੀਕਾ ਬਦਲ ਗਿਆ। ਇਸ ਲਈ ਜਦੋਂ ਦਾ ਇਹ ਸਮਾਂ ਸੰਸਾਰ ਦੇ ਵਿੱਚ ਉਸ ਮਾਲਕ ਦੇ ਹੁਕਮ ਵਿੱਚ ਬਣਿਆ ਔਰ ਇਹ ਸਮੇਂ ਦੀ ਜਿਹੜੀ ਸੂਈ ਹੈ ਇਹ ਚੱਲਣੀ ਸ਼ੁਰੂ ਹੋਈ ਹੈ, ਉਦੋਂ ਤੋਂ ਜਿਹੜੇ ਭਗਤ ਹੋਏ ਨੇ ਉਹਨਾਂ ਦਾ ਜਸ ਅੱਜ ਵੀ ਗਾਇਆ ਜਾਂਦਾ ਹੈ। ਜਿਵੇਂ ਅੱਜ ਵੀ ਅਸੀਂ ਗੁਰੂ ਸਾਹਿਬ ਜੀ ਨੂੰ ਪੁੱਛੀਏ ਕਿ ਪਰਮੇਸ਼ਵਰ ਦਾ ਨਾਮ ਕਿਵੇਂ ਜਪਣਾ ਚਾਹੀਦਾ ਹੈ, ਤੇ ਸਾਹਿਬ ਜੀ ਕਹਿੰਦੇ ਪਰਮੇਸ਼ਵਰ ਦਾ ਨਾਮ ਇਵੇਂ ਜਪੋ ਜਿਵੇਂ ਧਰੂ ਤੇ ਪ੍ਰਹਲਾਦ ਨੇ ਜਪਿਆ। ਇਹਦਾ ਮਤਲਬ ਜਦੋਂ ਉਹ ਪਿਛਲੇ ਸਮੇਂ ਵਿੱਚ ਹੋਏ, ਉਹਨਾਂ ਦਾ ਨਾਮ ਤਾਂ ਅੱਜ ਵੀ ਲਿਆ ਜਾਂਦਾ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦੇ ਭਗਤ ਨੇ, ਪਰ ਅੱਜ ਉਹਨਾਂ ਦੀ ਬਾਣੀ ਦੇ ਵਿੱਚੋਂ ਅਸੀਂ ਉਹਨਾਂ ਦੇ ਵੀ ਗੁਣ ਗਾਉਂਦੇ ਹਾਂ ਤੇ ਨਿਰੰਕਾਰ ਨਾਲ ਵੀ ਜੁੜਦੇ ਹਾਂ। ਇਸ ਲਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਹਾਡਾ ਵੀ ਇਸ ਸੰਸਾਰ ਵਿੱਚ ਆਉਣਾ ਹੋਇਆ। ਜਦੋਂ ਤੁਸੀਂ ਸੰਸਾਰ ਵਿੱਚ ਆਏ ਤੇ ਉਦੋਂ ਨਾਮ ਜਿਹੜਾ ਸੀ ਉਹ ਤੁਹਾਡਾ ਮਾਂ-ਬਾਪ ਦੇ ਰਾਹੀਂ ਪਰਿਵਾਰਕ ਤੌਰ ਤੇ ਨਾਮ ਜਿਹੜਾ ਸੀ ਉਹ ਜੇਠਾ ਰੱਖਿਆ ਗਿਆ। ਪਰ ਅੰਦਰ ਜਦੋਂ ਭਗਤੀ ਦੇ ਗੁਣ ਪੈਦਾ ਹੋਏ, ਜਦੋਂ ਅੰਦਰ ਭਗਤੀ ਦਾ ਜਾਗ ਲੱਗ ਗਿਆ, ਤੁਸੀਂ ਫਿਰ ਜੇਠਾ ਨਹੀਂ ਰਹਿ ਗਏ, ਫਿਰ ਤੁਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਰੂਪ ਹੋ ਗਏ। ਫਿਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਇਸ ਲਈ ਭੱਟ ਜੀ ਕਹਿੰਦੇ ਆ ਗੁਰੂ ਰਾਮਦਾਸ ਪਾਤਸ਼ਾਹ ਅੱਜ ਦੇ ਸਮੇਂ ਵਿੱਚ ਵੇਖਿਆ ਜਾਏ ਤਾਂ ਤੁਹਾਡੀ ਜੈ ਜੈਕਾਰ ਹੋ ਰਹੀ ਹੈ। ਅੱਜ ਹਰ ਕਿਸੇ ਦੀ ਰਸਨਾ ਦੇ ਉੱਤੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ ਦਾ ਨਾਮ ਆਉਂਦਾ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੋਈ ਭਾਵਨਾ ਪਿਆਰ ਵਾਲਾ ਬੈਠਾ ਹੈ ਤੇ ਆਪਣੀ ਰਸਨਾ ਤੋਂ
ਉਹ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਨਾਮ ਲੈਂਦਾ ਹੈ। ਇਸ ਲਈ ਭੱਟ ਜੀ ਨੂੰ ਜਿਹੜੀ ਗੱਲ ਸਮਝ ਆਈ ਉਹਨਾਂ ਨੇ ਉਹ ਬਿਆਨ ਕੀਤੀ ਕਿ ਗੁਰੂ ਸਾਹਿਬ ਜੀਓ, ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ। ਹੇ ਗੁਰੂ ਰਾਮਦਾਸ ਪਾਤਸ਼ਾਹ ਜੀ, ਇਸ ਜਗਤ ਦੇ ਵਿੱਚ ਜਯੋ ਜੈ, ਤੁਹਾਡੀ ਜੈ ਜੈਕਾਰ ਜਿਹੜੀ ਹੈ ਉਹ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਕਿਉਂਕਿ ਤੁਸੀਂ ਹਰ ਪਰਮ ਪਦ ਪਾਇਓ, ਤੁਸੀਂ ਉਸ ਹਰੀ ਦੀ ਪਰਮ ਪਦਵੀ ਨੂੰ ਪਾ ਲਿਆ। ਤੁਸੀਂ ਨਿਰੰਕਾਰ ਦਾ ਰੂਪ ਜਿਹੜਾ ਹੈ, ਪਰਮੇਸ਼ਵਰ ਦਾ ਰੂਪ ਬਣ ਕੇ ਉਸ ਪਦਵੀ ਨੂੰ ਪ੍ਰਾਪਤ ਕਰ ਲਿਆ ਜਿਹੜੀ ਸੰਸਾਰ ਤੋਂ ਨਿਰਲੇਪ ਹੈ, ਜਿਹੜੇ ਵਿਕਾਰਾਂ ਤੋਂ ਨਿਰਲੇਪ ਹੈ। ਉਹ ਪਰਮ ਪਦਵੀ ਜਿਹੜੀ ਹੈ ਉਹਨੂੰ ਤੁਸੀਂ ਪ੍ਰਾਪਤ ਕਰਕੇ ਨਿਰੰਕਾਰ ਦਾ ਹੀ ਰੂਪ ਹੋ ਗਏ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਤੁਹਾਨੂੰ ਹੁਣ ਸਿੱਖਾਂ ਸੰਗਤਾਂ ਨੇ ਪਾਰ ਬ੍ਰਹਮ ਕਰਕੇ ਨਮਸਕਾਰ ਕੀਤੀ ਹੈ। ਕਿਉਂ ਕੀਤੀ ਹੈ? ਕਿਉਂਕਿ ਤੁਸੀਂ ਹਰ ਪਰਮ ਪਦ ਪਾਇਓ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆ ਕੇ ਤੁਹਾਨੂੰ ਭਗਤੀ ਦਾ ਜਾਗ ਲੱਗਾ, ਔਰ ਅੰਦਰ ਐਸਾ ਭਗਤੀ ਦਾ ਜਾਗ ਲੱਗਾ ਕਿ ਤੁਸੀਂ ਆਪਣਾ ਆਪ ਸਮਰਪਣ ਕਰਕੇ ਜਦੋਂ ਨਿਰੰਕਾਰ ਵਿੱਚ ਲੀਨ ਹੋਏ ਔਰ ਉਸ ਪਰਮ ਪਦਵੀ ਨੂੰ ਪਾਇਆ। ਅੱਜ ਦੇ ਸਮੇਂ ਵਿੱਚ ਭੱਟ ਜੀ ਕਹਿੰਦੇ, ਧੰਨ ਗੁਰੂ ਰਾਮਦਾਸ ਮਹਾਰਾਜ, ਜੇ ਜੈ ਜੈਕਾਰ ਹੋ ਰਹੀ ਹੈ ਤਾਂ ਉਹ ਤੁਹਾਡੀ ਹੀ ਜੈ ਜੈਕਾਰ ਹੋ ਰਹੀ ਹੈ। ਮਨਸਾ ਕਰ ਸਿਮਰੰਤ ਤੁਝੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣੰ। ਜਿਨ੍ਹਾਂ ਨੇ ਮਨ ਕਰਕੇ, ਮਨ ਦੇ ਸਮੇਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਚੇਤੇ ਕੀਤਾ ਹੈ, ਤੁਹਾਨੂੰ ਸਿਮਰਿਆ ਹੈ। ਜਿਸ ਜਿਸ ਵੀ ਨਰ ਨੇ, ਪ੍ਰਾਣੀ ਨੇ ਮਨ ਦੇ ਸਮੇਤ, ਧਿਆਨ ਰੱਖਣਾ, ਇੱਕ ਤੇ ਆ ਬਾਹਰ ਦੀ ਜਿਹੜੀ ਜ਼ੁਬਾਨ, ਆ ਬਾਹਰ ਦੀ ਜੀਭ ਕਹਿੰਦੀ ਹੈ ਧੰਨ ਗੁਰੂ ਰਾਮਦਾਸ, ਪਰ ਬਾਹਰ ਦੀ ਇਸ ਜੀਭ ਨੇ, ਬਾਹਰ ਦੇ ਮੁਖ ਨੇ ਕਿਹਾ ਧੰਨ ਗੁਰੂ ਰਾਮਦਾਸ, ਪਰ ਮਨ ਨੇ ਨਹੀਂ ਕਿਹਾ। ਇਹਦਾ ਮਤਲਬ ਮਨ ਜਿਹੜਾ ਉਹ ਇਸ ਬੋਲਣ ਵਾਲੇ ਬੋਲਾਂ ਦੇ ਵਿੱਚ ਮਨ ਮੌਜੂਦ ਨਹੀਂ ਹੈ। ਸਿਰਫ ਬਾਹਰੋਂ ਹੀ ਇਸ ਮੁਖ ਤੋਂ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲਿਆ, ਪਰ ਮਨ ਨੇ ਨਹੀਂ ਅੰਦਰੋਂ ਲਿਆ। ਤੇ ਜੇ ਅੰਦਰੋਂ ਮਨ ਨੇ ਨਹੀਂ ਲਿਆ ਤੇ ਫਿਰ ਇਹ ਜਿਹੜਾ ਕਾਮ ਤੇ ਕ੍ਰੋਧ ਹੈ ਇਹ ਮਿਟ ਹੀ ਨਹੀਂ ਸਕਦਾ। ਅੰਦਰੋਂ ਜਿਹੜੀ ਵਿਕਾਰਾਂ ਦੀ ਮੱਲ ਹੈ ਇਹ ਅੰਦਰੋਂ ਨਿਕਲ ਹੀ ਨਹੀਂ ਸਕਦੀ, ਕਿਉਂਕਿ ਕਾਮ ਔਰ ਕ੍ਰੋਧ ਜਿਹੜਾ ਇਹ ਮਨ ਦੇ ਵਿੱਚ ਹੈ, ਇਹ ਤਨ ਦੇ ਵਿੱਚ ਨਹੀਂ। ਕਾਮ ਤੇ ਕ੍ਰੋਧ ਦਾ ਪ੍ਰਭਾਵ ਜਿਹੜਾ ਉਹ ਸਰੀਰ ਤੇ ਨਹੀਂ ਹੈ, ਇਸ ਬਾਡੀ ਤੇ ਨਹੀਂ ਹੈ। ਕਾਮ ਕ੍ਰੋਧ ਦਾ ਪ੍ਰਭਾਵ ਸਾਡੇ ਮਨ ਤੇ ਹੈ। ਇਸ ਲਈ ਜਿਨ੍ਹਾਂ ਨੇ ਮਨ ਦੇ ਸਹਿਤ ਤੁਹਾਡਾ ਨਾਮ ਭਾਵਨਾ ਦੇ ਨਾਲ ਲਿਆ ਹੈ, ਤਾਂ ਹੀ ਆਖਿਆ ਮਨਸਾ। ਮਨਸਾ ਦਾ ਅਰਥ ਹੁੰਦਾ ਵੀ ਮਨ ਦੇ ਸਮੇਤ। ਜੋ ਬਾਹਰੋਂ ਮੁਖ ਬੋਲ ਰਿਹਾ ਉਹਦੇ ਵਿੱਚ ਮਨ ਵੀ ਸ਼ਾਮਲ ਹੈ। ਤੇ ਅਸਲ ਵਿੱਚ ਅਸੀਂ ਗੁਰਬਾਣੀ ਵੀ ਜੇ ਪੜ੍ਹਦੇ ਸੁਣਦੇ ਹਾਂ ਉਹਦੇ ਵਿੱਚ ਮਨ ਦਾ ਸ਼ਾਮਲ ਹੋਣਾ ਬੜਾ ਜ਼ਰੂਰੀ ਹੈ। ਜੇ ਅਸੀਂ ਬਾਣੀ ਦਾ ਅਭਿਆਸ ਕਰ ਰਹੇ ਹਾਂ ਜਾਂ ਬਾਣੀ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਉਹਦੇ ਵਿੱਚ ਮਨ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਜੇ ਮਨ ਸ਼ਾਮਲ ਹੋਏਗਾ ਤੇ ਗੁਰਬਾਣੀ ਪੜ੍ਹਨ ਸੁਣਨ ਦਾ ਅਸਰ ਸਾਡੇ ਮਨ ਤੇ ਹੋਏਗਾ। ਇਸ ਲਈ ਬਾਰ-ਬਾਰ ਗੁਰੂ ਸਾਹਿਬ ਨੇ ਸਾਨੂੰ ਆਖਿਆ ਸੀ ਕਿ ਮਨ ਕਰਕੇ ਜੁੜ ਜਾਓ, ਮਨ ਕਰਕੇ ਅੰਮ੍ਰਿਤ ਬਾਣੀ ਦੇ ਨੇੜੇ ਹੋ ਜਾਓ। ਜਦੋਂ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਜੁੜੋਗੇ ਤਾਂ ਤੁਹਾਨੂੰ ਅੰਮ੍ਰਿਤ ਬਾਣੀ ਵਿੱਚੋਂ ਬੇਅੰਤ ਬਖਸ਼ਿਸ਼ਾਂ ਦੀ ਪ੍ਰਾਪਤੀ ਹੋਏਗੀ। ਭੱਟ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਕਹਿੰਦੇ, ਮਨਸਾ ਕਰ ਸਿਮਰੰਤ ਤੁਜੈ ਨਰ। ਇਹ ਮਾਲਕ ਜੀ ਜਿਹੜੇ ਮਨ ਦੇ ਸਹਿਤ ਤੁਹਾਨੂੰ ਸਿਮਰਦੇ ਨੇ, ਕਾਮ ਕ੍ਰੋਧ ਮਿਟਿਓ ਜੋ ਤਿਣੰਗਾ। ਉਹਨਾਂ ਦੇ ਜਿਹੜੇ ਕਾਮ ਤੇ ਕ੍ਰੋਧ ਅੰਦਰ ਜਿਹੜੇ ਭਰੇ ਹੋਏ ਨੇ, ਕਾਮ ਵਾਸ਼ਨਾਵਾਂ ਔਰ ਕ੍ਰੋਧ ਜਿਹੜਾ ਅੰਦਰ ਭਰਿਆ ਹੈ, ਕਹਿਣ ਲੱਗੇ ਉਹ ਪਲ ਦੇ ਵਿੱਚ ਹੀ ਉਹਨਾਂ ਦੇ ਕਾਮ ਤੇ ਕ੍ਰੋਧ ਵਾਲਾ ਜਿਹੜਾ ਅੰਦਰ ਅਵਸਥਾ,
ਉਹ ਖਤਮ ਹੋ ਜਾਂਦੀ ਹੈ। ਜਿਹੜਾ ਉਹਨਾਂ ਦਾ ਪ੍ਰਭਾਵ ਹੈ ਕਾਮ ਤੇ ਕ੍ਰੋਧ, ਧਿਆਨ ਰੱਖਿਓ ਵਿਕਾਰ ਜਿਹੜੇ ਨੇ ਉਹ 5 ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਪਰ ਜਦੋਂ ਕਾਮ ਤੇ ਕ੍ਰੋਧ ਦੀ ਗੱਲ ਆਉਂਦੀ ਹੈ ਤਾਂ ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਕਾਮ ਕ੍ਰੋਧ ਕਾਇਆ ਕੋ ਗਲ ਹੈ। ਕਹਿੰਦੇ ਇਹ ਜਿਹੜਾ ਕਾਮ ਤੇ ਕ੍ਰੋਧ ਹੈ ਇਹ ਤੁਹਾਡੀ ਕਾਇਆ ਨੂੰ ਗਾਲ ਕੇ ਰੱਖ ਦੇਗਾ, ਗਲ ਜਾਏਗੀ ਇਹਦੇ ਵਿੱਚ ਤੁਹਾਡੀ ਕਾਇਆ। ਇਸ ਲਈ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਧੰਨ ਗੁਰੂ ਰਾਮਦਾਸ ਜੀ ਮਨ ਦੇ ਸਹਿਤ ਤੁਹਾਨੂੰ ਸਿਮਰਿਆ, ਤੁਹਾਨੂੰ ਚੇਤੇ ਕੀਤਾ, ਉਹਨਾਂ ਦੇ ਜੀਵਨ ਵਿੱਚੋਂ ਕਾਮ ਔਰ ਕ੍ਰੋਧ ਜਿਹੜਾ ਹੈ ਉਹ ਮਿਟ ਜਾਂਦਾ ਹੈ। ਬਾਚਾ ਕਰ ਸਿਮਰੰਤ ਤੁਝਹਿ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ। ਬਾਚਾ ਕਰ ਬਚਨਾਂ ਦੇ ਰਾਹੀਂ ਜਿਨ੍ਹਾਂ ਨੇ ਤੁਹਾਨੂੰ ਸਿਮਰਿਆ ਹੈ ਮਨ ਦੇ ਸਹਿਤ, ਭਾਵੇਂ ਦੇਖੋ ਅਸੀਂ ਕੰਨਾਂ ਦੇ ਨਾਲ ਸੁਣੀਏ, ਭਾਵੇਂ ਅਸੀਂ ਬਚਨਾਂ ਦੇ ਰਾਹੀਂ ਉਚਾਰਨ ਕਰੀਏ ਤੇ ਭਾਵੇਂ ਅਸੀਂ ਅੱਖਾਂ ਦੇ ਰਾਹੀਂ ਪੜ੍ਹੀਏ, ਧਿਆਨ ਰੱਖਣਾ ਮਨ ਵਿੱਚ ਹੋਣਾ ਬੜਾ ਜ਼ਰੂਰੀ ਹੈ। ਮਨ ਦੇ ਸਹਿਤ ਪੜ੍ਹਨਾ, ਮਨ ਦੇ ਸਹਿਤ ਸੁਣਨਾ, ਮਨ ਦੇ ਸਹਿਤ ਬੋਲਣਾ, ਤਾਂ ਫਿਰ ਕੀ ਹੋਏਗਾ? ਫਿਰ ਸਾਡਾ ਅੰਦਰ ਜਿਹੜਾ ਮਨ ਵਿਕਾਰਾਂ ਨਾਲ ਭਰਿਆ ਹੋਇਆ ਹੈ ਉਸ ਵਿਕਾਰਾਂ ਤੋਂ ਮਨ ਦਾ ਛੁਟਕਾਰਾ ਹੋ ਜਾਏਗਾ। ਮਨ ਕਰਕੇ ਅਸੀਂ ਜਿਸ ਬੰਧਨਾਂ ਵਿੱਚ ਫਸੇ ਹੋਏ ਹਾਂ ਉਹ ਸਾਰੇ ਬੰਧਨ ਸਾਡੇ ਕੱਟੇ ਜਾਣਗੇ। ਇਸ ਲਈ ਜਿਨ੍ਹਾਂ ਨੇ ਮਨ ਕਰਕੇ ਬਚਨਾਂ ਦੇ ਰਾਹੀਂ ਤੁਹਾਨੂੰ ਸਿਮਰਿਆ ਹੈ, ਬਾਚਾ ਕਰ ਸਿਮਰੰਤ ਤੁਝਹਿ, ਧੰਨ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਬਚਨਾਂ ਦੇ ਰਾਹੀਂ ਭਾਵਨਾ ਨਾਲ ਤੁਹਾਨੂੰ ਸਿਮਰਿਆ, ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣੰਗ। ਖਿਣੰਗ ਦਾ ਅਰਥ ਹੁੰਦਾ ਖਿੰਨ ਵਿੱਚ ਹੀ, ਪਲ ਦੇ ਵਿੱਚ ਹੀ। ਜਿਨ੍ਹਾਂ ਨੇ ਤੁਹਾਨੂੰ ਬਚਨਾਂ ਰਾਹੀਂ ਮਨ ਦੇ ਸਹਿਤ ਸਿਮਰਿਆ, ਉਹਨਾਂ ਦੇ ਦੁੱਖ ਤੇ ਦਰਿਦਰ ਜਿਹੜੇ ਸੀ ਉਹ ਪਲਾਂ ਵਿੱਚ ਹੀ ਖਤਮ ਹੋ ਗਏ। ਹੁਣ ਦੁੱਖ ਕਦੋਂ ਦਾ ਬਣਿਆ ਹੋਇਆ ਹੈ ਸਾਨੂੰ ਆਪ ਨਹੀਂ ਪਤਾ, ਅਸੀਂ ਆਤਮਿਕ ਤਲ ਤੇ ਕਦੋਂ ਦੇ ਦੁੱਖ ਲੈ ਕੇ ਬੈਠੇ ਹਾਂ। ਪਰ ਚਲੋ ਜਦੋਂ ਦੀ ਹੋਸ਼ ਸੰਭਾਲੀ ਹੈ ਜਾਂ ਜਦੋਂ ਦਾ ਤੁਹਾਨੂੰ ਆਪਣੇ ਜੀਵਨ ਦਾ ਪਤਾ ਹੈ ਤੇ ਅਸੀਂ ਅੰਦਾਜ਼ਾ ਲਾ ਕੇ ਕਹਿ ਸਕਦੇ ਹਾਂ ਕਿ ਮੈਂ 5 ਸਾਲ ਤੋਂ ਦੁਖੀ ਹਾਂ, 10 ਸਾਲ ਤੋਂ ਦੁਖੀ ਹਾਂ, ਜਾਂ 2 ਸਾਲਾਂ ਤੋਂ ਦੁਖੀ ਹਾਂ, ਜਾਂ 20 ਸਾਲਾਂ ਤੋਂ ਦੁਖੀ ਹਾਂ। ਕਈ ਤੇ ਐਸੇ ਵੀ ਨੇ ਜਿਹੜੇ ਕਹਿੰਦੇ ਜਦੋਂ ਦੀ ਹੋਸ਼ ਸੰਭਾਲੀ ਹੈ ਬਸ ਦੁੱਖ ਹੀ ਦੇਖਿਆ, ਸੁੱਖ ਤਾਂ ਵੇਖਿਆ ਹੀ ਨਹੀਂ। ਸਾਰੀ ਉਮਰ ਦੁੱਖਾਂ ਵਿੱਚ ਹੀ ਬਤੀਤ ਕੀਤੀ ਹੈ, ਸੁੱਖ ਤਾਂ ਨਸੀਬ ਹੋਇਆ ਹੀ ਨਹੀਂ। ਹੁਣ ਉਹ ਦੁੱਖ ਭਾਵੇਂ ਅੱਜ ਦਾ ਹੈ, ਭਾਵੇਂ ਕੱਲ ਦਾ ਹੈ, ਤੇ ਭਾਵੇਂ ਕਈ ਸਾਲਾਂ ਦਾ, ਤੇ ਭਾਵੇਂ ਕਈ ਜਨਮਾਂ ਦਾ ਦੁੱਖ ਹੈ, ਪਰ ਚੇਤੇ ਰੱਖਣਾ ਉਹ ਇੱਕ ਪਲ ਵਿੱਚ, ਖਿੰਨ ਵਿੱਚ ਹੀ ਮਿਟ ਜਾਏਗਾ। ਇੱਥੇ ਭੱਟ ਜੀ ਕਹਿੰਦੇ ਨੇ ਦਰਿਦਰ, ਦਰਿਦਰ ਦਾ ਅਰਥ ਹੁੰਦਾ ਹੈ ਕੰਗਾਲਤਾ। ਜਿਹੜੀ ਕੰਗਾਲਤਾ ਅੰਦਰ ਅਸੀਂ ਕੰਗਾਲ, ਬਾਹਰੋਂ ਐਵੇਂ ਦਾਅਵਾ ਕਰਦੇ ਹਾਂ ਕਿ ਅਸੀਂ ਲੱਖਪਤੀਆਂ, ਕਰੋੜਪਤੀਆਂ, ਅਰਬਪਤੀ ਹਾਂ, ਅਸੀਂ ਬੇਸ਼ੁਮਾਰ ਧਨ ਦੌਲਤ ਦੇ ਮਾਲਕ ਹਾਂ, ਰਾਜੇ ਮਹਾਰਾਜੇ ਹਾਂ, ਬਾਦਸ਼ਾਹ ਹਾਂ। ਪਰ ਸਾਹਿਬ ਕਹਿੰਦੇ ਇਹ ਤਾਂ ਬਾਹਰੋਂ ਹੈ ਨਾ, ਆਪਣੇ ਅੰਦਰ ਦਾ ਭਾਂਡਾ ਵੇਖ, ਅੰਦਰ ਤਾਂ ਤੂੰ ਕੰਗਾਲ ਹੈ। ਅੰਦਰ ਤਾਂ ਤੇਰੇ ਹੈ ਹੀ ਪੱਲੇ ਕੱਖ ਨਹੀਂ, ਕਿਉਂਕਿ ਨਾਮ ਦਾ ਧਨ ਤੈਨੂੰ ਚਾਹੀਦਾ ਸੀ ਤੇ ਨਾਮ ਦਾ ਧਨ ਤੇਰੇ ਕੋਲ ਹੈ ਹੀ ਨਹੀਂ। ਤੂੰ ਤਾਂ ਕੰਗਾਲਤਾ ਵਾਲਾ ਜੀਵਨ ਜਿਹੜਾ ਉਹ ਜੀ ਰਿਹਾ ਹੈ। ਹੁਣ ਉਹ ਜਿਹੜਾ ਅੰਦਰ ਦਰਿਦਰੀ ਵਾਲੀ ਅਵਸਥਾ, ਤੇ ਦੁੱਖ ਵੀ ਅੰਦਰ ਹੀ ਹੈ ਤੇ ਦਰਿਦਰੀ ਵੀ ਅੰਦਰ ਹੀ ਹੈ। ਜੇ ਅਸੀਂ ਬਾਹਰੋਂ ਵੇਖਾਂਗੇ, ਬਾਹਰ ਕੀ ਹੈ ਸਾਡੇ? ਬਾਹਰ ਤਾਂ ਸੁੱਖ ਬਹੁਤ ਹੈ। ਬਾਹਰ ਤਾਂ ਬੰਦਾ ਕਹਿੰਦਾ ਮੇਰੇ ਕੋਲ ਕੋਈ ਕਿਸੇ ਪ੍ਰਕਾਰ ਦੀ ਦਰਿਦਰੀ ਨਹੀਂ, ਵਧੀਆ ਰੋਟੀ ਕੱਪੜਾ ਮਕਾਨ ਬਹੁਤ ਵਧੀਆ, ਧੀਆਂ ਪੁੱਤਰ ਪਰਿਵਾਰ ਬਹੁਤ ਵਧੀਆ ਹੈ। ਪਰ ਅੰਦਰ ਸਾਡੇ ਦੁੱਖ ਤੇ ਦਰਿਦਰੀ ਜਿਹੜੀ ਮਾਨਸਿਕ ਤਲ ਤੇ ਭਰੀ ਹੋਈ ਹੈ। ਇਸ ਲਈ ਕਹਿ ਰਹੇ ਨੇ ਗੁਰੂ ਰਾਮਦਾਸ ਪਾਤਸ਼ਾਹ, ਜਿਨ੍ਹਾਂ ਨੇ ਮਨ ਦੇ ਸਹਿਤ ਬਚਨਾਂ ਦੇ ਰਾਹੀਂ ਤੁਹਾਨੂੰ ਸਿਮਰਿਆ, ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਣੰਗ। ਖਿਣੰਗ ਦਾ ਅਰਥ ਹੈ ਪਲ ਵਿੱਚ ਹੀ, ਅੱਖ ਝਮਕਦਿਆਂ ਹੀ ਉਹਨਾਂ ਦੇ ਦੁੱਖ ਤੇ ਦਲਿਦਰੀ ਮੁੱਕ ਜਾਂਦੀ ਹੈ, ਮਿਟ ਜਾਂਦੀ ਹੈ।
ਜਿਨ੍ਹਾਂ ਨੇ ਭਾਵਨਾ ਨਾਲ ਤੁਹਾਨੂੰ ਸਿਮਰਿਆ ਹੈ। ਕਰਮ ਕਰ ਤੋ ਦਰਸ ਪਰਸ ਪਾਰਸ ਸਰ, ਬਲ ਭਟ ਜਸ ਗਾਇਓ। ਭੱਟ ਬੱਲ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਸ ਗਾਉਂਦਿਆਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਕਰਦਿਆਂ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਤੁਹਾਡੇ ਬਚਨਾਂ ਉਤੇ ਅਮਲ ਕੀਤਾ ਔਰ ਅਮਲ ਕਰਕੇ ਜਿਨ੍ਹਾਂ ਨੇ ਤੁਹਾਡੇ ਦਰਸ਼ਨਾਂ ਨੂੰ ਪਰਸਿਆ, ਉਹ ਪਾਰਸ ਦਾ ਹੀ ਰੂਪ ਹੋ ਗਏ। ਜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਿਹਦੇ ਉੱਤੇ ਵੀ ਮਿਹਰ ਹੋਈ, ਜਿਹਦੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਹੋਈ, ਸੱਚ ਜਾਣਿਓ ਉਹਦੇ ਦੁੱਖ ਤੇ ਦਲਿਦਰੀ ਸਦਾ ਲਈ ਮੁੱਕ ਗਈ। ਜੇ ਭਾਈ ਸੋਮਾ ਵਰਗੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਏ ਤਾਂ ਉਹ ਸੋਮਾ ਸ਼ਾਹ ਕਰਕੇ ਬਖਸ਼ਿਸ਼ਾਂ ਗੁਰੂ ਰਾਮਦਾਸ ਜੀ ਤੋਂ ਲੈਂਦੇ ਨੇ। ਅੱਜ ਵੀ ਅਸੀਂ ਭਾਵੇਂ ਦੁਖੀ ਹੋਈਏ, ਰੋਗੀ ਹੋਈਏ, ਪਰੇਸ਼ਾਨ ਹੋਈਏ, ਸਾਡੇ ਕੋਲ ਜੀਵਨ ਦੀ ਮੁਸ਼ਕਲਾਂ ਹੋਣ, ਰੁਕਾਵਟਾਂ ਹੋਣ, ਬਸ ਇੱਕੋ ਹੀ ਮਨ ਵਿੱਚ ਭਾਵਨਾ ਬਣਦੀ ਹੈ ਕਿ ਗੁਰੂ ਰਾਮਦਾਸ ਜੀ ਕਿਤੇ ਤੁਹਾਡੇ ਚਰਨਾਂ ਦੇ ਵਿੱਚ ਜੁੜਨਾ ਨਸੀਬ ਹੋ ਜਾਏ, ਕਿਉਂਕਿ ਸਾਨੂੰ ਇੱਕ ਆਸ ਭਰੋਸਾ ਹੈ ਕਿ ਜਿਹੜਾ ਤੁਹਾਡੇ ਘਰ ਨਾਲ ਜੁੜ ਜਾਂਦਾ ਹੈ, ਉਹਦੇ ਸਾਰੇ ਜੀਵਨ ਦੇ ਦੁੱਖ ਮੁੱਕ ਜਾਂਦੇ, ਉਹਦੇ ਸਾਰੇ ਜੀਵਨ ਦੇ ਰੋਗ ਕੱਟੇ ਜਾਂਦੇ, ਉਹਦੇ ਸਾਰੇ ਜੀਵਨ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ, ਉਹਦੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਘਨ, ਰੁਕਾਵਟ ਰਹਿ ਨਹੀਂ ਜਾਂਦੀ। ਜਿਹੜੇ ਭਾਵਨਾ ਨਾਲ ਗੁਰੂ ਰਾਮਦਾਸ ਜੀ ਤੁਹਾਡੇ ਦਰ, ਤੁਹਾਡੇ ਚਰਨਾਂ ਨਾਲ ਜੁੜ ਜਾਂਦੇ ਨੇ। ਇਸ ਲਈ ਭੱਟ ਜੀ ਕਹਿੰਦੇ ਕਿ ਕਰਮ ਕਰ ਦੇ ਰਾਰੇ ਨੂੰ ਸਿਹਾਰੀ ਕਰਕੇ, ਕਰਮ ਕਰਕੇ ਦਾ ਮਤਲਬ ਹੈ ਅਮਲ ਕਰਕੇ। ਜਿਨ੍ਹਾਂ ਨੇ ਤੁਹਾਡੇ ਬਚਨਾਂ ਉਤੇ ਅਮਲ ਕੀਤਾ, ਗੱਲ ਤੇ ਅਮਲ ਦੀ ਹੈ ਨਾ। ਬਾਣੀ ਭਾਵੇਂ ਅਸੀਂ ਗੁਰੂ ਨਾਨਕ ਸਾਹਿਬ ਦੀ ਪੜ੍ਹੀਏ, ਭਾਵੇਂ ਗੁਰੂ ਅੰਗਦ ਦੇ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, ਭਾਵੇਂ 6 ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਭਾਵੇਂ ਅਸੀਂ 15 ਭਗਤਾਂ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਤੇ ਭਾਵੇਂ ਆ ਜਿਹੜੇ ਭੱਟਾਂ ਦੇ ਸਵਈਏ ਨੇ ਇਹ ਆਪਾਂ ਪੜ੍ਹੀਏ, ਸੁਣੀਏ, ਪਰ ਗੱਲ ਤੇ ਹੈ ਅਮਲ ਦੀ ਕਿ ਜੋ ਅਸੀਂ ਪੜ੍ਹਿਆ, ਜੋ ਸੁਣਿਆ ਹੈ, ਉਹਦੇ ਤੇ ਅਸੀਂ ਅਮਲ ਕਿੰਨਾ ਕੁ ਕਰ ਰਹੇ ਹਾਂ। ਜੇ ਅਸੀਂ ਪੜ੍ਹਿਆ ਸੁਣਿਆ ਪਰ ਅਮਲ ਨਹੀਂ ਕੀਤਾ, ਫਿਰ ਧਿਆਨ ਰੱਖਣਾ ਜੀਵਨ ਵਿੱਚ ਬਦਲਾਵ ਨਹੀਂ ਆਏਗਾ। ਫਿਰ ਜਿੱਦਾਂ ਦਾ ਜੀਵਨ ਹੈ ਉਦਾਂ ਦਾ ਹੀ ਰਹਿ ਜਾਏਗਾ। ਆ ਦੁੱਖ ਦਲਿਦਰੀ ਸਾਡੇ ਜੀਵਨ ਵਿੱਚੋਂ ਕਦੇ ਮੁੱਕ ਨਹੀਂ ਸਕਦੀ। ਸਾਡੇ ਜੀਵਨ ਦਾ ਰੋਣਾ ਕਦੇ ਮੁੱਕ ਨਹੀਂ ਸਕਦਾ। ਇਹ ਤਾਂ ਮੁੱਕੇਗਾ ਜੇ ਅਸੀਂ ਅਮਲ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਨੇ ਮੁੱਕਦੀ ਗੱਲ ਇਹੀ ਕਹੀ ਸੀ, ਜਦੋਂ ਆਖਿਆ ਵੀ ਦੱਸੋ ਕੌਣ ਵੱਡਾ। ਅਸੀਂ ਤਾਂ ਇੱਕ ਦੂਜੇ ਤੋਂ ਵੱਡੇ ਹੋਣ ਨੂੰ ਸੰਸਾਰ ਵਿੱਚ ਅੱਗੇ ਲੰਘਣ ਤੋਂ ਫਿਰਦੇ ਹਾਂ ਕਿ ਬਸ ਮੈਂ ਇਹਦੇ ਤੋਂ ਵੱਡਾ ਹੋ ਜਾਂ, ਇਹਦੇ ਤੋਂ ਵੱਡਾ ਹੋ ਜਾਂ, ਪਰ ਅਮਲ ਨਾ ਮੈਂ ਕਰਾਂ ਤੇ ਫਿਰ ਗੱਲ ਨਹੀਂ ਬਣੇਗੀ। ਤਾਂ ਹੀ ਆਖਿਆ ਸੀ ਦੱਸੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਤੇ ਗੁਰੂ ਸਾਹਿਬ ਨੇ ਕਿਹਾ ਸੀ ਬਸ ਇੱਕ ਗੱਲ ਪੱਲੇ ਬੰਨ ਲਓ, ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਕਹਿੰਦੇ ਅਮਲ ਨਹੀਂ, ਜੇ ਸ਼ੁਭ ਗੁਣ ਅੰਦਰ ਧਾਰਨ ਨਹੀਂ ਕਰੋਗੇ ਤਾਂ ਫਿਰ ਪੱਲੇ ਜਿਹੜਾ ਉਹ ਰੋਣਾ ਹੀ ਰਹਿ ਜਾਏਗਾ। ਇਹ ਸਾਡੇ ਤੇ ਵੀ ਲਾਗੂ ਹੁੰਦਾ ਹੈ। ਅਸੀਂ ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਪਰ ਉਹਦੇ ਤੇ ਅਮਲ ਨਾ ਕਰੀਏ, ਉਸ ਮੁਤਾਬਕ ਆਪਣਾ ਜੀਵਨ, ਆਪਣੀ ਸੋਚ ਨਾ ਬਣਾਈਏ, ਤੇ ਫਿਰ ਮਾਫ ਕਰਨਾ ਇਹ ਦੁੱਖ ਤੇ ਰੋਗ ਸਾਡਾ ਕਿਵੇਂ ਮੁੱਕੇਗਾ? ਇਹ ਦੁੱਖ ਤੇ ਦਲਿਦਰੀ ਸਾਡੀ ਕਿਵੇਂ ਮੁੱਕੇਗੀ? ਇਸ ਲਈ ਭੱਟ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਤੁਹਾਡੇ ਤੇ ਅਮਲ ਕੀਤਾ, ਤੁਹਾਡੇ ਬਚਨਾਂ ਤੇ ਅਮਲ ਕੀਤਾ, ਔਰ ਜਿਵੇਂ ਤੁਸੀਂ ਦਰਸ਼ਨ ਕਰਨ ਵਾਸਤੇ ਕਹਿੰਦੇ ਹੋ ਉਸ ਤਰ੍ਹਾਂ ਦੇ ਭਾਵਨਾ ਨਾਲ ਦਰਸ਼ਨ ਕੀਤੇ ਹਨ, ਉਹ ਪਾਰਸ ਦਾ ਹੀ ਰੂਪ ਹੋ ਗਏ। ਪਾਰਸ ਵਰਗੇ ਹੀ ਜਿਹੜੇ ਸੀ ਉਹ ਹੋ ਗਏ। ਕਰਮ ਕਰ ਤੋ ਦਰਸ ਪਰਸ, ਪਾਰਸ ਸਰ ਦਾ ਇੱਥੇ ਅਰਥ ਹੈ ਬਰਾਬਰ। ਕਹਿਣ ਲੱਗੇ ਜਿਨ੍ਹਾਂ ਨੇ ਅਮਲ ਕਰਕੇ ਤੁਹਾਡੇ ਦਰਸ਼ਨ ਭਾਵਨਾ ਦੇ ਨਾਲ ਕੀਤੇ, ਪਿਆਰ ਭਾਵਨਾ ਨਾਲ ਤੁਹਾਡੇ ਦੀਦਾਰ ਕੀਤੇ, ਉਹ ਦਰਸ਼ਨ ਕਰਕੇ ਪਾਰਸ ਦਾ ਰੂਪ ਹੋ ਗਏ ਜਾਂ ਪਾਰਸ ਵਰਗੇ ਹੀ ਹੋ ਗਏ। ਬੱਲੇ ਭੱਟ ਜਸ ਗਾਇਓ। ਇਸ ਲਈ ਬੱਲ ਭੱਟ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਮੈਂ ਤੁਹਾਡਾ ਜਸ ਗਾ ਰਿਹਾ ਹਾਂ।
ਮੈਂ ਭਾਵਨਾ ਦੇ ਨਾਲ ਧੰਨ ਗੁਰੂ ਰਾਮਦਾਸ ਤੁਹਾਡਾ ਨਾਮ ਜਿਹੜਾ ਉਹ ਭਾਵਨਾ ਨਾਲ ਹਿਰਦੇ ਵਿੱਚੋਂ ਲੈ ਰਿਹਾ ਜਾਂ ਤੁਹਾਡੇ ਬਚਨਾਂ ਉੱਤੇ ਅਮਲ ਕਰਦਿਆਂ ਗੁਣ ਗਾ ਰਿਹਾ ਹਾਂ, ਕਿਉਂਕਿ ਮਨਸਾ ਕਰ ਸਿਮਰੰਤ ਤੁਝੈ, ਜਿਹੜੇ ਮਨ ਦੇ ਸਹਿਤ ਤੈਨੂੰ ਚੇਤੇ ਕਰਦੇ, ਤੁਹਾਨੂੰ ਯਾਦ ਕਰਦੇ ਨੇ ਗੁਰੂ ਸਾਹਿਬ, ਉਹਨਾਂ ਦੇ ਜੀਵਨ ਚੋਂ ਕਾਮ ਕ੍ਰੋਧ ਮਿਟ ਜਾਂਦਾ ਹੈ, ਉਹਨਾਂ ਦੇ ਜੀਵਨ ਵਿੱਚੋਂ ਦੁੱਖ ਤੇ ਦਲਿਦਰੀ ਮੁੱਕ ਜਾਂਦੀ ਹੈ, ਉਹ ਫਿਰ ਪਾਰਸ ਵਰਗੇ ਹੀ ਜਿਹੜੇ ਨੇ ਉਹਨਾਂ ਦਾ ਜੀਵਨ ਹੋ ਜਾਂਦਾ ਹੈ। ਇਸ ਲਈ ਭੱਟ ਜੀ ਗੁਰੂ ਸਾਹਿਬ ਦੇ ਜਸ ਨੂੰ ਗਾਉਂਦੇ ਹਨ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ, ਤੈ ਹਰ ਪਰਮ ਪਦ ਪਾਇਓ। ਭੱਟ ਜੀ ਨੇ ਫਿਰ ਗੱਲ ਨੂੰ ਰਿਪੀਟ ਕੀਤਾ ਕਿ ਕਿਉਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਸ ਗਾਉਣਾ, ਕਿਉਂਕਿ ਤਰਕ ਬਹੁਤ ਹੈ, ਸ਼ੰਕਾ ਬਹੁਤ ਹੈ, ਤੇ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸ਼ੰਕਾਵਾਦੀ ਹੋ ਕੇ ਨਹੀਂ, ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸ਼ਰਧਾ ਤੇ ਪਿਆਰ ਭਾਵਨਾ ਦੇ ਨਾਲ ਅਸੀਂ ਜੁੜਨਾ ਹੈ। ਇਸ ਲਈ ਕਹਿੰਦੇ ਗੁਰੂ ਰਾਮਦਾਸ ਜੀ ਤੁਹਾਡੀ ਜੈ ਜੈਕਾਰ ਕਿਉਂ ਹੈ, ਕਿਉਂਕਿ ਜੇ ਪੁੱਛਿਆ ਵੀ ਭੱਟ ਜੀ ਤੁਸੀਂ ਕਿਉਂ ਜਸ ਗਾਉਂਦੇ ਹੋ ਗੁਰੂ ਰਾਮਦਾਸ ਜੀ ਦਾ, ਜਾਂ ਅੱਜ ਸਾਨੂੰ ਕੋਈ ਕਵੇ ਵੀ ਤੁਸੀਂ ਧੰਨ ਗੁਰੂ ਰਾਮਦਾਸ, ਆਪਣੀ ਰਸਨਾ ਤੋਂ ਜਦੋਂ ਇਹ ਬੋਲਦੇ ਹੋ ਤੇ ਤੁਹਾਨੂੰ ਅੰਦਰ ਇੱਕ ਵੱਖਰੀ ਜਿਹੀ ਖੁਸ਼ੀ ਮਹਿਸੂਸ ਹੁੰਦੀ ਹੈ, ਅੰਦਰ ਹਿਰਦਾ ਪਿਆਰ ਭਾਵਨਾ ਨਾਲ ਭਰ ਜਾਂਦਾ ਹੈ। ਉਹ ਕਿਉਂ? ਇਸ ਵਾਸਤੇ ਕਿ ਸ਼੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ, ਇਸ ਜਗ ਵਿੱਚ ਜਿਹੜੀ ਤੁਹਾਡੀ ਜਯੋ ਜੈ ਜੈ ਜੈਕਾਰ ਹੋ ਰਹੀ ਹੈ, ਉਹਦਾ ਕਾਰਨ ਇਹ ਹੈ ਕਿ ਤੈਂ ਹਰ ਪਰਮ ਪਦ ਪਾਇਓ, ਤੁਸੀਂ ਉਸ ਹਰੀ ਦੀ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ। ਹਰੀ ਦੀ ਪਰਮ ਪਦਵੀ ਨੂੰ ਪਾਉਣ ਦਾ ਮਤਲਬ ਹੈ ਕਿ ਤੁਸੀਂ ਆਪ ਹੀ ਪਰਮੇਸ਼ਵਰ ਦਾ ਰੂਪ ਹੋ ਗਏ, ਤੁਸੀਂ ਆਪ ਹੀ ਉਸ ਹਰੀ ਦਾ ਰੂਪ ਹੋ ਗਏ। ਤੁਹਾਡੇ ਵਿੱਚ ਤੇ ਪਰਮੇਸ਼ਵਰ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ, ਤੁਹਾਡੇ ਵਿੱਚ ਤੇ ਹਰੀ ਵਿੱਚ ਕੋਈ ਭੇਦ ਅੰਤਰ ਰਹਿ ਹੀ ਨਹੀਂ ਗਿਆ, ਕਿਉਂਕਿ ਜਿਹੜੇ ਗੁਣ ਹਰੀ ਵਰਗੇ ਚਾਹੀਦੇ ਸਨ ਉਹ ਸਾਰੇ ਗੁਣ ਤੁਸੀਂ ਗੁਰੂ ਅਮਰਦਾਸ ਜੀ ਦੇ ਘਰ ਤੋਂ ਪ੍ਰਾਪਤ ਕਰਕੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹ ਜਿੱਦਾਂ ਦਾ ਹਰੀ ਪਰਮੇਸ਼ਵਰ ਸੀ ਸਾਰੇ ਗੁਣ ਅੰਦਰ ਧਾਰਨ ਕਰਕੇ ਉਸ ਪਰਮ ਪਦਵੀ ਨੂੰ ਪਾਇਆ। ਇਸੇ ਲਈ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਤੁਹਾਨੂੰ ਕਿਉਂ ਹਰ ਕੋਈ ਨਮਸਕਾਰ ਕਰਦਾ ਹੈ? ਦੁਨੀਆ ਦੇ ਕਿਸੇ ਵੀ ਕੋਨੇ ਵਿੱਚ, ਕਿਸੇ ਵੀ ਦਿਸ਼ਾ ਵਿੱਚ, ਕਿਸੇ ਵੀ ਮੁਲਕ ਵਿੱਚ ਕੋਈ ਪਿਆਰ ਵਾਲਾ ਬੈਠਾ ਹੈ, ਉਹਦੇ ਅੰਦਰ ਇਹ ਕਿਉਂ ਖਿੱਚ ਹੁੰਦੀ ਹੈ ਕਿ ਇੱਕ ਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ, ਤੁਹਾਡੇ ਦਰ ਤੇ ਆਉਣਾ ਹੈ। ਕਿਉਂ? ਕਿਉਂਕਿ ਗੁਰੂ ਰਾਮਦਾਸ ਜੀ ਤੁਸੀਂ ਹਰੀ ਦੀ ਉਸ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ, ਤੁਸੀਂ ਨਿਰੰਕਾਰ ਦਾ ਹੀ ਰੂਪ ਹੋ ਗਏ ਹੋ। ਜਿਹੇ ਸਤਿਗੁਰ ਸਿਮਰੰਤ, ਨਯਨ ਕੇ ਤਿਮਰ ਮਿਟਹਿ ਖਿਨ। ਇਸ ਲਈ ਭੱਟ ਜੀ ਕਹਿੰਦੇ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਤੁਹਾਨੂੰ ਭਾਵਨਾ ਦੇ ਨਾਲ ਸਿਮਰਿਆ ਹੈ, ਉਹਨਾਂ ਦੇ ਜਿਹੜੇ ਨੈਣ ਨੇ, ਉਹਨਾਂ ਅੰਦਰ ਜਿਹੜਾ ਹਨੇਰਾ ਹੈ ਅਗਿਆਨਤਾ ਦਾ, ਉਹ ਇੱਕ ਖਿੰਨ ਦੇ ਵਿੱਚ ਹੀ ਹਨੇਰਾ ਅਗਿਆਨਤਾ ਦਾ ਮਿਟ ਜਾਂਦਾ ਹੈ। ਫਿਰ ਇੱਥੇ ਬੇਨਤੀ ਕਰਾਂ, ਜਿਵੇਂ ਦੁੱਖ ਦੀ ਗੱਲ ਕੀਤੀ ਕਿ ਦੁੱਖ ਪਤਾ ਨਹੀਂ ਕਿੰਨੇ ਸਾਲਾਂ ਦਾ ਹੈ, ਕਿੰਨੇ ਸਮੇਂ ਦਾ ਹੈ, ਕਿੰਨੇ ਜਨਮਾਂ ਦਾ ਹੈ। ਜਿੰਨੇ ਵੀ ਸਾਲਾਂ ਦਾ, ਜਨਮਾਂ ਦਾ, ਸਮੇਂ ਦਾ ਦੁੱਖ ਹੈ, ਜੇ ਅਸੀਂ ਗੁਰੂ ਰਾਮਦਾਸ ਜੀ ਤੁਹਾਨੂੰ ਭਾਵਨਾ ਨਾਲ ਸਿਮਰਾਂਗੇ ਤੇ ਸਾਨੂੰ ਪਤਾ ਹੈ ਕਿ ਭਾਵੇਂ ਕਈ ਜਨਮਾਂ ਦਾ ਹੋਵੇ, ਕਈ ਸਾਲਾਂ ਦਾ ਹੋਵੇ, ਕਈ ਸਮੇਂ ਦਾ ਹੋਵੇ, ਉਹ ਇੱਕ ਪਲ ਵਿੱਚ ਹੀ ਸਾਰਾ ਦੁੱਖ ਮਿਟ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਤਿਮਰ ਦਾ ਅਰਥ ਹੈ ਜਿਹਦੇ ਵਿੱਚ ਤਮਾ ਬਹੁਤ ਹੈ, ਕਹਿੰਦੇ ਤਮਾ ਜਿਹਦੇ ਵਿੱਚ ਜਿਵੇਂ 3 ਗੁਣ ਨੇ ਨਾ, ਰਜ ਗੁਣ, ਤਮ ਗੁਣ, ਸਤ ਗੁਣ, ਤੇ ਤਮ ਗੁਣ ਵਿੱਚ ਕੀ ਹੈ? ਹਨੇਰਾ ਹੀ ਹਨੇਰਾ, ਅਗਿਆਨਤਾ ਦਾ ਹਨੇਰਾ ਹੀ ਹਨੇਰਾ। ਤਮਾ ਦੇ ਵਿੱਚ ਪਿਆ ਹੋਇਆ ਇਨਸਾਨ ਹਰ ਇੱਕ ਦੇ ਅੱਗੇ ਝੁਕਣ ਨੂੰ ਤਿਆਰ ਹੋ ਜਾਂਦਾ ਹੈ। ਉਹ ਤੁਸੀਂ ਬਾਹਰ ਕਿਤੇ ਰਾਹ ਜਾਂਦੇ 2 ਇੱਟਾਂ ਰੱਖ ਕੇ ਨਾ,
ਉਹਦੇ ਉੱਤੇ ਇੱਕ ਫੁੱਲ ਤੁਸੀਂ ਰੱਖ ਦਿਓਗੇ ਤੇ ਜਿਹੜਾ ਤਮਾਂ ਦੇ ਹਨੇਰੇ ਵਿੱਚ ਹੋਏਗਾ ਸੱਚ ਜਾਣਿਓ ਉਹ ਅੱਗੇ ਲੰਘ ਹੀ ਨਹੀਂ ਸਕੇਗਾ। ਉਹ ਕਹੇਗਾ ਪਤਾ ਨਹੀਂ ਇੱਥੇ ਵੀ ਕੋਈ ਨਾ ਕੋਈ ਬਖਸ਼ਿਸ਼ ਮਿਲ ਹੀ ਜਾਏਗੀ। ਉਹ 2 ਇੱਟਾਂ ਜਿਹਨੇ ਰੱਖੀਆਂ, ਇੱਕ ਫੁੱਲ ਉੱਤੇ ਰੱਖਤਾ ਜਾਣ ਵਾਲਾ, ਉਹਦੇ ਅੱਗੇ ਵੀ ਨੱਕ ਰਗੜਨ ਲੱਗ ਪਿਆ। ਕਿਉਂ? ਕਿਉਂਕਿ ਅਗਿਆਨਤਾ ਦਾ ਹਨੇਰਾ ਇੰਨਾ ਵੱਧ ਸੀ ਕਿ ਉਹਨੂੰ ਉਹ 2 ਇੱਟਾਂ ਵਿੱਚੋਂ ਵੀ ਆਪਣੇ ਜੀਵਨ ਦਾ ਸੁੱਖ ਜਿਹੜਾ ਸੀ ਉਹ ਨਜ਼ਰ ਆਉਣ ਲੱਗ ਗਿਆ। ਇੰਨਾ ਅਗਿਆਨਤਾ ਦਾ ਹਨੇਰਾ ਅੰਦਰ ਵੱਧ ਚੁੱਕਾ ਹੈ। ਦੁਨੀਆ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਅਗਿਆਨਤਾ ਦੇ ਵਸ ਹੋ ਕੇ ਕਰਮ ਕਰ ਰਹੀ ਹੈ। ਜਦੋਂ ਦੇਖੀਦਾ ਨਾ ਦੁਨੀਆ ਦੇ ਵਿੱਚ ਤੇ ਕਈ ਵਾਰ ਤਾਂ ਸ਼ਰਮ ਨਾਲ ਅੱਖਾਂ ਨੀਵੀਆਂ ਹੋ ਜਾਂਦੀਆਂ ਕਿ ਆਹ ਇਨਸਾਨ, ਆਹ ਮਨੁੱਖ ਹੈ ਜਿਹੜਾ ਰੱਬ ਨੇ ਬਣਾਇਆ, ਇੰਨੀ ਅਗਿਆਨਤਾ ਦਾ ਹਨੇਰਾ ਅੰਦਰ ਇਹਦੇ, ਇਹਨੂੰ ਪਤਾ ਹੀ ਨਹੀਂ ਕਿੱਥੇ ਸਿਰ ਨਵਾਉਣਾ, ਕਿਹਦੇ ਨਾਲ ਜੁੜਨਾ, ਕਿਹਦੇ ਨਾਲ ਨਹੀਂ ਜੁੜਨਾ, ਇੰਨੀ ਵੀ ਇਸ ਮਨੁੱਖ ਨੂੰ ਸੋਝੀ ਨਹੀਂ। ਇਸ ਲਈ ਕਹਿ ਰਹੇ ਨੇ ਕਿ ਜਿਹੜੇ ਹੁਣ ਨੈਣ ਕਿਹੜੇ ਨੇ, ਆ ਬਾਹਰ ਦੀਆਂ ਅੱਖਾਂ ਵਿੱਚ ਤਾਂ ਹਨੇਰਾ ਜਿਹੜਾ ਹੈ ਹੀ ਨਹੀਂ। ਠੀਕ ਹੈ, ਰਾਤ ਦਾ ਹਨੇਰਾ ਸੀ, ਪਰ ਹੁਣ ਤੇ ਉਜਾਲਾ ਹੋ ਗਿਆ। ਹੁਣ ਤੇ ਆਸਮਾਨ ਜਿਹੜਾ ਸੀ ਸਾਫ਼ ਦਿਖਾਈ ਦੇਣ ਲੱਗ ਪਿਆ, ਸਾਰਾ ਰਸਤਾ ਕਲੀਅਰ ਹੋ ਗਿਆ, ਰਾਹ ਵੀ ਦਿਸਣ ਲੱਗ ਗਿਆ, ਬਿਲਡਿੰਗਾਂ ਵੀ ਦਿਸਣ ਲੱਗ ਗਈਆਂ। ਜਿਹੜੀਆਂ ਰਾਤ ਨੂੰ ਨਹੀਂ ਸੀ ਦਿਸਦੀਆਂ ਹਨੇਰੇ 'ਚ, ਉਹ ਦਿਨ ਵੇਲੇ ਦਿਸਣ ਲੱਗ ਪਈਆਂ। ਚਲੋ ਅੱਜ ਦਾ ਸਮਾਂ ਤੇ ਇਦਾਂ ਤਰੱਕੀ ਵਾਲਾ ਹੈ ਕਿ ਅਸੀਂ ਤਾਂ ਰਾਤ ਨੂੰ ਵੀ ਲਾਈਟ ਦਾ ਪ੍ਰਬੰਧ ਐਸਾ ਕਰ ਸਕਦੇ ਹਾਂ ਕਿ ਬੰਦੇ ਨੂੰ ਭੁਲੇਖਾ ਪੈ ਸਕਦਾ ਵੀ ਦਿਨ ਚੜਿਆ ਹੋਇਆ ਹੈ। ਸਾਡੇ ਕੋਲ ਅੱਜ ਬਾਹਰ ਦੀਆਂ ਜੁਗਤੀਆਂ ਇੰਨੀਆਂ ਨੇ ਕਮਾਲ ਦੀਆਂ ਕਿ ਅਸੀਂ ਐਸੀ ਲਾਈਟਿੰਗ, ਐਸੀ ਰੋਸ਼ਨੀ ਕਰ ਸਕਦੇ ਹਾਂ ਕਿ ਆਉਣ ਵਾਲਾ ਬੰਦਾ ਇਹ ਕਹਿ ਸਕਦਾ ਵੀ ਦਿਨ ਚੜਿਆ ਹੋਇਆ ਹੈ। ਪਰ ਅੰਦਰ ਸਾਡੇ ਜਿਵੇਂ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਹੁਣ ਇੱਥੇ ਨੈਣ ਦਾ ਅਰਥ ਕੀ ਹੈ? ਮਨ ਦੇ ਅੱਖਾਂ, ਜਿਹੜੇ ਸਾਡੇ ਮਨ ਦੇ ਨੇਤਰ ਨੇ, ਉਹਦੇ ਵਿੱਚ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਹੈ। ਅਸੀਂ ਕਹਿ ਲਓ ਕਿ ਤਨ ਕਰਕੇ ਸੁਜਾਖੇ ਆ, ਮਨ ਕਰਕੇ ਅਸੀਂ ਅੰਧੇ ਆ। ਤੇ ਅਸੀਂ ਬਾਹਰੋਂ ਸੁਜਾਖੇ ਆ ਤਾਂ ਗੁਰੂ ਘਰ ਆਏ, ਪਰ ਅੰਦਰ ਦਾ ਅੰਧਾਪਨ ਲੈ ਕੇ ਆਏ ਆ। ਮਾਫ ਕਰਨਾ, ਪਿਛਲੇ ਦਿਨੀ ਵੀ ਆਪਾਂ ਇਹ ਸਾਂਝ ਪਾਈ ਸੀ ਔਰ ਪਾਉਂਦੇ ਰਹਿਣਾ ਕਿ ਜਦੋਂ ਗੁਰੂ ਘਰ ਆਵੀਏ ਤੇ ਜ਼ਰੂਰ ਕਿਹਾ ਕਰੀਏ, ਹਮ ਅੰਧਲੇ ਅੰਧ ਵਿਖੈ ਵਿਖ ਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਆਪਨ ਪਾਲੀ ਦਾ ਅਰਥ ਹੈ ਸਾਨੂੰ ਗਿਆਨ ਦਾ ਪੱਲਾ ਪਕੜਾਓ, ਤਾਂ ਕਿ ਅਸੀਂ ਗਿਆਨ ਦਾ ਪੱਲਾ ਪਕੜ ਕੇ ਅਗਿਆਨਤਾ ਦੇ ਹਨੇਰੇ ਵਿੱਚੋਂ ਦੀ ਸਦਾ ਲਈ ਨਿਕਲ ਸਕੀਏ। ਤੇ ਅਗਿਆਨਤਾ ਦਾ ਹਨੇਰਾ ਜਦੋਂ ਮੁੱਕੇਗਾ, ਫਿਰ ਕੋਈ ਕਰਮ ਕਾਂਡ ਨਹੀਂ, ਕੋਈ ਵਹਿਮ ਭਰਮ ਦਾ ਸ਼ਿਕਾਰ ਨਹੀਂ ਅਸੀਂ ਹੋਵਾਂਗੇ। ਇਸ ਲਈ ਭੱਟ ਜੀ ਕਹਿੰਦੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਤੁਹਾਨੂੰ ਭਾਵਨਾ ਨਾਲ ਸਿਮਰਿਆ ਹੈ, ਉਹਨਾਂ ਦੇ ਜਿਹੜੇ ਨੇਤਰਾਂ ਦੇ ਵਿੱਚ ਅਗਿਆਨਤਾ ਦਾ ਹਨੇਰਾ ਕਈ ਸਦੀਆਂ ਸਾਲਾਂ ਤੋਂ ਬਣਿਆ ਹੋਇਆ ਸੀ, ਮਿਟੈ ਖਿੰਨ, ਇੱਕ ਖਿੰਨ ਦੇ ਵਿੱਚ ਹੀ ਮਿਟ ਗਿਆ। 10 ਘੰਟੇ ਦਾ ਹਨੇਰਾ, ਤੇ ਜਦੋਂ ਅਸੀਂ ਇੱਕ ਬਟਨ ਦੱਬਿਆ ਰੋਸ਼ਨੀ ਕਰਨ ਲਈ, ਤੇ 10 ਘੰਟੇ ਦਾ ਹਨੇਰਾ, ਉਹਨੂੰ ਰੋਸ਼ਨ ਪ੍ਰਕਾਸ਼ ਹੋਣ ਵਾਸਤੇ ਅੱਗੋਂ 10 ਘੰਟੇ ਨਹੀਂ ਚਾਹੀਦੇ, ਸਿਰਫ ਇੱਕ ਬਟਨ ਦੱਬਣ ਦੀ ਦੇਰੀ ਹੈ, ਨਾਲ ਹੀ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ। ਕਹਿਣ ਲੱਗੇ ਹਨੇਰਾ ਬਹੁਤ ਕਈ ਸਮੇਂ ਤੋਂ ਬਣਿਆ ਹੋਇਆ, ਬਸ ਇੱਕ ਥੋੜੀ ਜੀ ਰੋਸ਼ਨੀ, ਇੱਕ ਚੰਗਿਆੜੀ ਜਿਹੜੀ ਹੈ ਉਹ ਚਾਹੀਦੀ ਹੈ ਰੋਸ਼ਨੀ ਦੀ, ਹਨੇਰਾ ਸਾਰਾ ਦੂਰ ਹੋ ਜਾਂਦਾ ਹੈ। ਅੰਦਰ ਸਾਡੇ ਕਈ ਸਮੇਂ ਤੋਂ ਹਨੇਰਾ ਅਗਿਆਨਤਾ ਦਾ ਬਣਿਆ ਹੋਣ ਕਰਕੇ ਅਸੀਂ ਭਟਕ ਰਹੇ ਹਾਂ, ਪਰ ਇੱਕ ਕਿਣਕਾ ਵੀ ਅੰਦਰ ਨਾਮ ਦਾ ਕਿਤੇ ਚਲਾ ਗਿਆ, ਉਹਦੇ ਨਾਲ ਸਾਡੀ ਸੁਰਤ ਜੁੜ ਗਈ। ਜੁੜਨਾ ਤੇ ਕਨੈਕਸ਼ਨ ਜੋੜਾਂਗੇ ਤਾਂ ਗੱਲ ਬਣਨੀ ਹੈ ਨਾ। ਹੁਣ ਅਸੀਂ ਬਿਜਲੀ ਦੀ ਫਿਟਿੰਗ ਬਹੁਤ ਵਧੀਆ ਕਰਵਾ ਲਈ, ਅਸੀਂ ਮੀਟਰ ਵੀ ਬਾਹਰ ਲਵਾ ਲਿਆ, ਕੀਮਤੀ ਤੋਂ ਕੀਮਤੀ ਅਸੀਂ ਲਾਈਟਾਂ ਜਿਹੜੀਆਂ ਉਹ ਵੀ ਅਸੀਂ ਲਵਾ ਲਈਆਂ, ਪਰ ਜਦੋਂ ਬਟਨ ਦੱਬਿਆ ਤੇ ਰੋਸ਼ਨੀ ਹੋਈ ਨਹੀਂ। ਅਸੀਂ ਆਖਿਆ ਵੀ ਇਨ ਲੱਖਾਂ ਰੁਪਏ ਲਾ ਦਿੱਤੇ, ਵਧੀਆ ਤੋਂ ਵਧੀਆ ਟਿਊਬ ਬੱਲਬ ਵੀ ਲਿਆ ਕੇ ਅਸੀਂ ਲਾ ਦਿੱਤੇ, ਕੀਮਤੀ ਤੋਂ ਕੀਮਤੀ ਲਿਆ ਤੇ ਫਿਟਿੰਗ ਵੀ ਅਸੀਂ ਬੜੀ ਵਧੀਆ ਕਰਾਤੀ, ਮੀਟਰ ਵੀ ਲਵਾ ਦਿੱਤਾ, ਪਰ ਜਦੋਂ ਬਟਨ ਦੱਬਦੇ ਆ ਤੇ ਰੋਸ਼ਨੀ ਹੁੰਦੀ ਨਹੀਂ। ਫਿਰ ਪਤਾ ਕੀਤਾ, ਕਹਿੰਦੇ ਸਾਰਾ ਕੁਝ ਤੇ ਕਰ ਲਿਆ ਪਰ ਕਨੈਕਸ਼ਨ ਤੇ ਦਿੱਤਾ ਹੀ ਕੋਈ ਨਹੀਂ।
ਤੇ ਜਦੋਂ ਉਹ ਕਨੈਕਸ਼ਨ ਦੋ ਤਾਰਾਂ ਜੁੜੀਆਂ ਤੇ ਸਾਰਾ ਘਰ ਜਿਹੜਾ ਸੀ ਰੋਸ਼ਨਾਇਆ ਗਿਆ, ਰੋਸ਼ਨੀ ਦੇ ਨਾਲ ਭਰਪੂਰ ਹੋ ਗਿਆ। ਹੁਣ ਅਸੀਂ ਧਰਮ ਦੇ ਕਰਮ ਤੇ ਬਹੁਤ ਕਰ ਰਹੇ ਹਾਂ, ਪਰ ਮਾਫ ਕਰਨਾ ਸਾਡੀ ਲਿਵ ਤਾਂ ਲੱਗ ਨਹੀਂ ਰਹੀ, ਸਾਡੀ ਸੁਰਤ ਤਾਂ ਜੁੜ ਨਹੀਂ ਰਹੀ। ਤੇ ਉਹ ਸੁਰਤ ਦਾ ਮਤਲਬ ਹੈ ਕਨੈਕਸ਼ਨ ਨੂੰ ਜੋੜਨਾ। ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੂੰ ਸੁਰਤ ਨੂੰ ਸ਼ਬਦ ਨਾਲ ਜੋੜ, ਸ਼ਬਦ ਨੂੰ ਸੁਰਤ ਨਾਲ ਜੋੜ। ਜਿਸ ਦਿਨ ਤੇਰੀ ਸੁਰਤ ਤੇ ਸ਼ਬਦ ਦਾ ਕਨੈਕਸ਼ਨ ਜੁੜ ਜਾਏਗਾ, ਸੱਚ ਜਾਣੀ ਤੇਰੇ ਅੰਦਰ ਦਾ ਤਿਮਰ, ਤੇਰੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਕੱਟਿਆ ਜਾਏਗਾ। ਪਰ ਹੁਣ ਅੰਦਰ ਉਹ ਸੁਰਤ ਤੇ ਸ਼ਬਦ ਦਾ ਕਨੈਕਸ਼ਨ ਬਣਦਾ ਹੀ ਕੋਈ ਨਹੀਂ ਪਿਆ। ਇਸ ਲਈ ਧਰਮ ਦੇ ਕਰਮ ਤਾਂ ਬਹੁਤ ਹੋ ਰਹੇ ਨੇ, ਪਰ ਉਹ ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਣ ਕਰਕੇ ਉਹੀ ਸਾਡੇ ਲਈ ਕਰਮਕਾਂਡ ਤੇ ਪਖੰਡ ਬਣ ਕੇ ਰਹਿ ਗਿਆ। ਇਸ ਲਈ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਸੁਰਤ ਭਾਵਨਾ ਦੇ ਨਾਲ ਤੁਹਾਨੂੰ ਸਿਮਰਿਆ ਹੈ, ਉਹਨਾਂ ਦੇ ਜਿਹੜੇ ਨੇਤਰਾਂ ਦੇ ਵਿੱਚ ਮਨ ਕਰਕੇ ਹਨੇਰਾ ਛਾਇਆ ਹੋਇਆ ਸੀ, ਕਹਿੰਦੇ ਨੇ ਇੱਕ ਪਲ ਦੇ ਵਿੱਚ ਹੀ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮੁੱਕ ਜਾਂਦਾ ਹੈ। ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਸ ਸਤਿਗੁਰੂ ਨੂੰ ਸਿਮਰ ਕੇ ਅੰਦਰ ਅਗਿਆਨਤਾ ਦਾ ਹਨੇਰਾ ਖਿੰਨ ਦੇ ਵਿੱਚ ਮਿਟ ਜਾਏ, ਇਸ ਤਰ੍ਹਾਂ ਸਮਝ ਲਈਏ ਆਪਾਂ ਕਿ ਜਹ ਸਤਿਗੁਰ, ਜਿਸ ਸੱਚੇ ਗੁਰੂ ਦਾ ਧਿਆਨ ਧਰ ਕੇ, ਜਿਸ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਕੇ, ਧਿਆਨ ਰੱਖਿਓ ਇਹਦੇ ਦੋ ਅਰਥ ਨਿਕਲ ਸਕਦੇ ਆ। ਤੁਸੀਂ ਗੁਰਬਾਣੀ ਪੜ੍ਹਨ ਸਮਝਣ ਵਾਲਿਓ, ਸਤਿਗੁਰ, ਜਿਹੜਾ ਸਤਿਗੁਰ ਦਾ ਰਾਰਾ ਹੈ ਨਾ, ਉਹ ਮੁਕਤਾ ਹੈ। ਤੇ ਗੁਰ ਦਾ ਅਰਥ ਗਿਆਨ ਵੀ ਹੁੰਦਾ ਹੈ। ਅਸੀਂ ਕਹਿੰਦੇ ਆ ਤੂੰ ਆ ਗੁਰ ਕਿੱਥੋਂ ਲਿਆ, ਭਾਵ ਇਹ ਸੋਝੀ, ਇਹ ਸਮਝ, ਇਹ ਗਿਆਨ ਤੈਨੂੰ ਕਿੱਥੋਂ ਆਇਆ। ਤੇ ਜੇ ਜੁੜ ਗਿਆ ਸਤ, ਤੇ ਇਹਦਾ ਮਤਲਬ ਹੈ ਜਿਸ ਗਿਆਨ ਦੇ ਵਿੱਚ ਸਤ ਭਰਿਆ ਹੋਇਆ ਹੈ, ਜਿਨ੍ਹਾਂ ਨੇ ਉਸ ਸੱਚੇ ਗਿਆਨ ਨੂੰ ਪ੍ਰਾਪਤ ਕਰ ਲਿਆ। ਹੁਣ ਉਹ ਅਖੀਰ ਤੇ ਜਾ ਕੇ ਗੱਲ ਆਏਗੀ ਵੀ ਉਹ ਸੱਚਾ ਗਿਆਨ ਮਿਲਿਆ ਕਿੱਥੋਂ ਹੈ। ਫਿਰ ਧਿਆਨ ਲਾ ਕੇ ਸਮਝ ਲੈਣਾ। ਕਹਿੰਦੇ ਜਿਸ ਸੱਚੇ ਗਿਆਨ ਨੂੰ ਪ੍ਰਾਪਤ ਕਰਕੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ, ਉਹਦੇ ਕਈ ਜਨਮਾਂ ਦਾ, ਕਈ ਸਾਲਾਂ ਦਾ, ਕਈ ਸਮੇਂ ਦਾ ਬਣਿਆ ਅਗਿਆਨਤਾ ਦਾ ਹਨੇਰਾ ਪਲ ਵਿੱਚ ਹੀ ਮਿਟ ਜਾਂਦਾ ਹੈ। ਕਹਿੰਦੇ ਜਿਹੜਾ ਸੱਚਾ ਗਿਆਨ ਦੇਣ ਵਾਲਾ, ਜੇ ਉਹਦੇ ਨਾਮ ਦਾ ਕੋਈ ਸਿਮਰਨ ਕਰਦਾ ਹੈ, ਜੈ ਸਤਿਗੁਰ ਸਿਮਰੰਤ ਹਿਰਦੈ, ਹਿਰਦੈ ਹਿਰਦਾ, ਜੇ ਕੋਈ ਐਸੇ ਸੱਚਾ ਗਿਆਨ ਦੇਣ ਵਾਲੇ ਨੂੰ ਆਪਣੇ ਹਿਰਦੇ ਦੇ ਅੰਦਰ ਸਿਮਰੇ, ਹਰ ਨਾਮ ਦਿਨੋ ਦਿਨ, ਤਾਂ ਦਿਨੋ ਦਿਨ ਉਹਦੇ ਅੰਦਰ ਹਰੀ ਦੇ ਨਾਮ ਦਾ ਪਿਆਰ ਵੱਧਦਾ ਜਾਂਦਾ ਹੈ। ਹਰੀ ਦੇ ਨਾਮ ਦੀ ਪ੍ਰੀਤ ਉਹਦੇ ਅੰਦਰ ਵੱਧਦੀ ਜਾਂਦੀ ਹੈ। ਉਹ ਘਟਦੀ ਨਹੀਂ, ਸਗੋਂ ਵੱਧਦੀ ਜਾਂਦੀ ਹੈ। ਪਹਿਲਾਂ ਕੀ ਸੀ? ਪਹਿਲਾਂ ਤਾਂ ਚਿੱਤ ਕਰਦਾ ਹੀ ਨਹੀਂ ਸੀ ਕਿ ਮਾਲਕ ਨੂੰ ਚੇਤੇ ਕਰੀਏ, ਉਹਦੇ ਨਾਮ ਦਾ ਸਿਮਰਨ ਕਰੀਏ। ਨਿਤਨੇਮ ਕਰਨ ਨੂੰ ਦਿਲ ਨਹੀਂ ਸੀ ਕਰਦਾ। ਅੰਮ੍ਰਿਤ ਵੇਲੇ ਨੂੰ ਅੱਖ ਨਹੀਂ ਸੀ ਖੁੱਲਦੀ। ਬਿਸਤਰਾ ਮੰਜਾ ਆਲਸ ਤਿਆਗਣ ਨੂੰ ਦਿਲ ਨਹੀਂ ਸੀ ਕਰਦਾ। ਗੁਰੂ ਦਰ ਤੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਸੰਗਤ ਵਿੱਚ ਆ ਕੇ ਬੈਠਣ ਨੂੰ ਚਿੱਤ ਨਹੀਂ ਸੀ ਕਰਦਾ। ਤੇ ਅੱਜ ਐਸਾ ਬਦਲਾਵ ਆ ਗਿਆ ਕਿ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਮੰਜੇ ਤੇ ਪੈਣ ਨੂੰ ਦਿਲ ਨਹੀਂ ਕਰਦਾ। ਅੱਜ ਐਸਾ ਸਮਾਂ ਆ ਗਿਆ ਕਿ ਗੁਰੂ ਸਾਹਿਬ ਦੇ ਦਰ ਤੇ ਆਉਣ ਤੋਂ ਬਿਨਾ ਦਿਨ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਤਾ ਨਹੀਂ ਕਿੱਡਾ ਵੱਡਾ ਘਾਟਾ ਜੀਵਨ ਵਿੱਚ ਪੈ ਗਿਆ ਹੋਵੇ। ਅੱਜ ਨਿਤਨੇਮ ਤੋਂ ਬਿਨਾ ਰਿਹਾ ਨਹੀਂ ਜਾਂਦਾ। ਅੱਜ ਪਰਮੇਸ਼ਵਰ ਦੇ ਨਾਮ ਸਿਮਰਨ ਤੋਂ ਬਿਨਾ ਇਦਾਂ ਲੱਗਦਾ ਜਿਵੇਂ ਅੱਜ ਦੀ ਖੁਰਾਕ ਮਿਲੀ ਨਾ ਹੋਵੇ। ਜਿਵੇਂ ਅੱਜ ਮਨ ਨੂੰ ਤੜਪ ਜਿਹੀ ਜਿਵੇਂ ਲੱਗੀ ਹੁੰਦੀ ਹੈ। ਪਰ ਇੱਕ ਸਮਾਂ ਐਸਾ ਸੀ ਕਿ ਚਿੱਤ ਕਰਦਾ ਹੀ ਨਹੀਂ ਸੀ। ਪਰ ਅੱਜ ਐਸਾ ਸਮਾਂ ਹੈ ਕਿ ਅੱਜ ਰਿਹਾ ਹੀ ਨਹੀਂ ਜਾਂਦਾ। ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਵਿਸਾਰਦਾ ਤੇ ਇਦਾਂ ਲੱਗਦਾ ਮਰ ਜਾਓ, ਮੇਰੀ ਆਤਮਕ ਮੌਤ ਹੋ ਜਾਏਗੀ। ਇੱਕ ਪਲ ਵੀ ਉਹਨੂੰ ਵਿਸਾਰਨਾ ਔਖਾ ਹੋ ਗਿਆ। ਇੱਕ ਪਲ ਵੀ ਉਹਨੂੰ ਭੁਲਾਉਣਾ ਔਖਾ ਹੋ ਗਿਆ। ਐਸੀ ਗੂੜੀ ਪ੍ਰੀਤ ਪੈ ਗਈ ਪਰਮੇਸ਼ਵਰ ਦੇ ਨਾਮ ਨਾਲ। ਔਰ ਉਹ ਜਿਹੜੀ ਗੂੜੀ ਪ੍ਰੀਤ ਪੈ ਗਈ ਨਾ, ਉਹ ਦਿਨੋਂ ਦਿਨ ਗੂੜੀ ਹੁੰਦੀ ਜਾ ਰਹੀ ਹੈ। ਜਿਹੜਾ ਨਾਮ ਦਾ ਰੰਗ ਅੰਦਰ ਲੱਗ ਗਿਆ, ਕਹਿੰਦੇ ਉਹ ਫਿੱਕਾ ਨਹੀਂ ਪੈ ਰਿਹਾ,
ਉਹ ਦਿਨੋਂ ਦਿਨ ਉਹ ਰੰਗ ਪਿਆਰ ਦਾ ਪਰਮੇਸ਼ਵਰ ਦੇ ਨਾਮ ਨਾਲ ਉਹ ਰੰਗ ਗੂੜਾ ਹੁੰਦਾ ਜਾਂਦਾ ਹੈ। ਭਾਵ ਇਹ ਪ੍ਰੀਤ ਘਟ ਨਹੀਂ ਰਹੀ, ਸਗੋਂ ਦਿਨੋਂ ਦਿਨ ਵੱਧ ਰਹੀ। ਤੇ ਜਿੰਨੀ ਪ੍ਰੀਤ ਵਧੇਗੀ ਸੱਚ ਜਾਣਨਾ, ਉਨੀ ਪ੍ਰਭੂ ਨੂੰ ਮਿਲਣ ਦੀ ਤੜਪ ਵੀ ਪੈਦਾ ਹੋਏਗੀ। ਹੁਣ ਜਿਸ ਗੁਰੂ ਕੋਲ ਆ ਕੇ ਸੱਚਾ ਗਿਆਨ ਪ੍ਰਾਪਤ ਕਰਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨਾ ਹੈ, ਕਹਿੰਦੇ ਕਿ ਜੈ ਸਤਿਗੁਰ ਸਿਮਰੰਤ ਹਿਰਦੈ, ਜਿਨ੍ਹਾਂ ਨੇ ਸੱਚੇ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਹਿਰਦੇ ਵਿੱਚ ਉਹਦੇ ਨਾਮ ਦਾ ਸਿਮਰਨ ਕੀਤਾ ਔਰ ਉਹਨਾਂ ਦੇ ਅੰਦਰ ਹਰ ਨਾਮ ਦਿਨੋਂ ਦਿਨ ਉਹਨਾਂ ਦੇ ਅੰਦਰ ਨਾਮ ਦੇ ਪ੍ਰਤੀ ਪ੍ਰੀਤ ਵੱਧਦੀ ਜਾਂਦੀ ਹੈ, ਘਟਦੀ ਨਹੀਂ ਹੈ। ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜਿਸ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸੱਚਾ ਗਿਆਨ ਲੈ ਕੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਜੀਆਂ ਦੇ ਅੰਦਰ ਦੀ ਤਪਸ਼ ਜਿਹੜੀ ਹੈ ਉਹ ਮਿਟ ਜਾਂਦੀ ਹੈ। ਸਾਡਾ ਅੰਦਰ ਭਾਂਡਾ ਹਰ ਵੇਲੇ ਤਪਦਾ ਹੈ, ਹਰ ਵੇਲੇ। ਬਾਹਰੋਂ ਤਾਂ ਆਪਾਂ ਫਿਰ ਵੀ ਜਿਹੜਾ ਹੈ ਉਹ ਠੰਡੇ ਹੋ ਜਾਾਂਗੇ, ਪਰ ਭਾਂਡਾ ਅੰਦਰ ਦਾ ਤੇ ਠੰਡਾ ਹੁੰਦਾ ਹੀ ਨਹੀਂ। 12 ਮਹੀਨੇ ਨਹੀਂ ਅੰਦਰੋਂ ਭਾਂਡਾ ਠੰਡਾ ਹੁੰਦਾ, ਹਿਰਦਾ ਹਰ ਵੇਲੇ ਤਪਦਾ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ। ਜਿੰਨਾ ਭਾਂਡਾ ਅੰਦਰ ਤਪੇਗਾ ਉਨਾ ਹੀ ਅਸੀਂ ਖਪਾਂਗੇ, ਉਨਾ ਹੀ ਅਸੀਂ ਦੁਖੀ ਹੋਵਾਂਗੇ, ਉਨਾ ਹੀ ਸਾੜ ਪੈਦਾ ਹੋਏਗਾ, ਉਨਾ ਹੀ ਪਰੇਸ਼ਾਨ ਹੋਵਾਂਗੇ ਤੇ ਉਨੇ ਜ਼ਿਆਦਾ ਹੀ ਭਟਕਾਂਗੇ ਅਸੀਂ। ਕਹਿੰਦੇ ਅੰਦਰ ਹਰ ਵੇਲੇ ਤਪ ਰਿਹਾ ਹੈ। ਤੇ ਜਿਸ ਸੱਚੇ ਗਿਆਨ ਨੂੰ ਪ੍ਰਾਪਤ ਕਰਕੇ ਗੁਰੂ ਦਾ ਆਸਰਾ ਲੈ ਕੇ ਜੀਆਂ ਦੇ ਅੰਦਰ ਦੀ ਤਪਸ਼ ਨੂੰ ਮਿਟਾਇਆ ਜਾ ਸਕਦਾ ਹੈ, ਕਹਿਣ ਲੱਗੇ ਉਸ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ। ਕਿਉਂਕਿ ਅੰਦਰ ਦਾ ਜਿਹੜਾ ਭਾਂਡਾ ਹੈ ਨਾ, ਇਹ ਤਪਦਾ ਹੋਇਆ ਭਾਂਡਾ ਤਾਂ ਹੀ ਠੰਡਾ ਹੋ ਸਕਦਾ ਹੈ ਜੇ ਗੁਰੂ ਸਾਹਿਬ ਸਾਨੂੰ ਨਾਮ ਦੀ ਬਖਸ਼ਿਸ਼ ਦੇਣਗੇ। ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਗੁਰੂ ਨੇ ਸ਼ੀਤਲ ਨਾਮ ਜਿਹੜਾ ਉਹ ਦਿੱਤਾ, ਐਸਾ ਨਾਮ ਦਿੱਤਾ ਕਿ ਅੰਦਰ ਤਪਦਾ ਹੋਇਆ ਭਾਂਡਾ ਕਹਿੰਦੇ ਬਿਲਕੁਲ ਸ਼ਾਂਤ ਹੋ ਗਿਆ, ਠੰਡਾ ਠਾਰ ਹੋ ਗਿਆ। ਔਰ ਜਿਹੜਾ ਗੁਰਬਾਣੀ ਦੇ ਰਾਹੀਂ ਭਾਂਡਾ ਠੰਡਾ ਹੋਇਆ, ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਤਪਾ ਨਹੀਂ ਜੇ ਸਕਦੀ। ਫਿਰ ਦੁਬਾਰਾ ਉਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਬਲ ਸਕਦੀ, ਉਹਦੇ ਅੰਦਰ ਕ੍ਰੋਧ ਦੀ ਨਫ਼ਰਤ ਦੀ ਅੱਗ ਨਹੀਂ ਉਹਦੇ ਅੰਦਰ ਬਲ ਸਕਦੀ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਉਹ ਵੀ ਸਤਿਗੁਰੂ ਦੀ ਕਿਰਪਾ ਦੇ ਦੁਆਰਾ, ਸਤਿਗੁਰੂ ਦੀ ਰਹਿਮਤ ਦੇ ਦੁਆਰਾ ਉਹਨਾਂ ਦੇ ਅੰਦਰ ਦੇ ਹਿਰਦੇ ਸ਼ਾਂਤ ਹੋ ਗਏ। ਤੇ ਜਿਨ੍ਹਾਂ ਦੇ ਅੰਦਰ ਹਿਰਦਾ ਸ਼ਾਂਤ ਹੋ ਗਿਆ, ਫਿਰ ਸੱਚ ਜਾਣਿਓ ਕੋਈ ਉਹਨਾਂ ਅੰਦਰ ਨਫ਼ਰਤ ਦੀ ਅੱਗ ਨਹੀਂ ਬਾਲ ਸਕਦਾ, ਕੋਈ ਉਹਨਾਂ ਅੰਦਰ ਈਰਖਾ ਦੀ ਅੱਗ ਨਹੀਂ ਬਾਲ ਸਕਦਾ, ਕੋਈ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਬਾਲ ਸਕਦਾ, ਕੋਈ ਉਹਨਾਂ ਦੇ ਅੰਦਰ ਕਾਮ ਔਰ ਕ੍ਰੋਧ ਦੀ ਅਗਨੀ ਨਹੀਂ ਬਾਲ ਸਕਦਾ, ਜਿਹਦੇ ਉੱਤੇ ਸਤਿਗੁਰੂ ਨੇ ਆਪਣੀ ਮਿਹਰ ਕਰਕੇ ਉਹਦੇ ਹਿਰਦੇ ਵਿੱਚ ਨਾਮ ਦੀ ਬਖਸ਼ਿਸ਼ ਭਰ ਦਿੱਤੀ ਹੈ। ਇਸ ਲਈ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ, ਤੁਹਾਡੀ ਜੈ ਜੈਕਾਰ ਇਸ ਜਗਤ ਵਿੱਚ ਕਿਉਂ ਹੋ ਰਹੀ ਹੈ? ਜਿਸ ਸਤਿਗੁਰੂ ਨੂੰ ਸਿਮਰ ਕੇ ਹਿਰਦੇ ਵਿੱਚ ਜੀਆਂ ਦੇ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਭਰਦੀ ਹੈ ਔਰ ਉਹਨਾਂ ਦੇ ਅੰਦਰ ਦੇ ਜਿਹੜੇ ਤਪਦੇ ਹੋਏ ਭਾਂਡੇ ਨੇ ਉਹ ਸਦਾ ਲਈ ਅੰਦਰੋਂ ਸ਼ੀਤਲ ਹੋ ਜਾਂਦੇ ਨੇ। ਉਹਨਾਂ ਦੀ ਤਪਸ਼ ਜਿਹੜੀ ਹੈ ਉਹ ਅੰਦਰ ਦੀ ਸਦਾ ਲਈ ਮਿਟ ਜਾਂਦੀ ਹੈ। ਧਿਆਨ ਰੱਖਿਓ, ਇਤਿਹਾਸ ਤੋਂ ਆਪ ਜੀ ਵਾਕਿਫ ਹੋ। ਜਦੋਂ ਹਿਰਦਾ ਰੱਬੀ ਬਾਣੀ ਦੇ ਨਾਲ ਠੰਡਾ ਹੋ ਗਿਆ ਨਾ, ਤੇ ਫਿਰ ਭਾਵੇਂ ਉਬਲਦੀ ਦੇਗ ਵਿੱਚ ਵੀ, ਉਬਲਦੇ ਪਾਣੀ ਵਿੱਚ ਵੀ ਤੁਸੀਂ ਬਿਠਾ ਦਿਓਗੇ ਨਾ, ਬਾਹਰੋਂ ਭਾਵੇਂ ਉਬਲਦਾ ਹੋਇਆ ਪਾਣੀ ਸਰੀਰ ਨੂੰ ਤਾਂ ਤਪਾ ਸਕਦਾ ਹੈ, ਪਰ ਉਹ ਅੰਦਰ ਦੇ ਹਿਰਦੇ ਨੂੰ ਨਹੀਂ ਤਪਾ ਸਕਦਾ। ਇੰਨੀ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਹੈ। ਹੁਣ ਕੀ ਹੈ? ਹੁਣ ਉਲਟ ਹੈ ਅਵਸਥਾ। ਹੁਣ ਅਸੀਂ ਬਾਹਰੋਂ ਠੰਡੇ ਹਾਂ ਤੇ ਅੰਦਰੋਂ ਤਪ ਰਹੇ ਹਾਂ। ਅਸੀਂ ਬਾਹਰੋਂ ਠੰਡੇ ਹਾਂ ਨਾ, ਅੱਤ ਦੀ ਗਰਮੀ ਹੋਵੇ, ਜੇਠ ਹਾੜ ਦੀ ਗਰਮੀ ਹੋਵੇ, ਤੇ ਅਸੀਂ ਏਸੀ ਰੂਮ ਵਿੱਚ ਬੈਠ ਕੇ ਬਿਲਕੁਲ ਠੰਡ ਨਾਲ ਕੰਬਣ ਵੀ ਲੱਗ ਜਾਂਦੇ ਹਾਂ। ਕਈ ਵਾਰ ਐਸਾ ਟੈਂਪਰੇਚਰ ਜਿਹੜਾ ਹੈ ਉਹ ਏਸੀ ਰੂਮ ਦਾ ਹੁੰਦਾ ਹੈ ਕਿ ਬਾਹਰ ਅੱਤ ਦੀ ਗਰਮੀ ਅੱਗ ਬਲਦੀ ਹੁੰਦੀ ਹੈ ਤੇ ਬੰਦਾ ਅੰਦਰ ਬੈਠਾ ਕਹਿੰਦਾ ਹੁੰਦਾ ਮੈਨੂੰ ਤੇ ਠੰਡ ਲੱਗਦੀ ਪਈ ਹੈ।
ਐਸਾ ਵੀ ਮਾਹੌਲ ਬਣ ਜਾਂਦਾ ਨਾ ਆ ਜੇਠ ਹਾੜ ਦੀ ਗਰਮੀ ਵਿੱਚ ਕਿ ਬਾਹਰ ਤਪਸ਼ ਇੰਨੀ ਕਿ ਅੱਗ ਬਲਦੀ, ਧਰਤੀ ਤਪਦੀ ਪਈ ਹੈ, ਪੈਰ ਵੀ ਰੱਖਾਂਗੇ ਤੇ ਪੈਰ ਸੜਦਾ ਹੈ, ਪਰ ਜਿਸ ਰੂਮ ਵਿੱਚ ਬੈਠਾ ਉੱਥੇ ਬੈਠਾ ਕਹਿੰਦਾ ਮੈਨੂੰ ਤੇ ਠੰਡ ਲੱਗਦੀ ਪਈ ਹੈ। ਦੇਖੋ ਜਿਹੜਾ ਬਾਹਰੋਂ ਠੰਡਕ ਲੈ ਰਿਹਾ ਅੰਦਰੋਂ ਤਪਿਆ ਹੋਇਆ, ਤੇ ਜਿਹੜਾ ਅੰਦਰੋਂ ਠੰਡਕ ਲੈਂਦਾ ਉਹ ਭਾਵੇਂ ਬਾਹਰੋਂ ਤੱਤੀ ਤਵੀ ਤੇ ਵੀ ਬੈਠਾ ਹੋਵੇ ਤੇ ਬਾਹਰ ਦੀ ਤਪਸ਼ ਵੀ ਉਹਨੂੰ ਅੰਦਰੋਂ ਨਹੀਂ ਤਪਾ ਸਕਦੀ, ਉਹ ਅੰਦਰ ਤਾਂ ਸ਼ੀਤਲ ਹੋ ਕੇ ਟਿਕਾ ਵਿੱਚ ਬੈਠਾ ਹੁੰਦਾ ਹੈ। ਭਾਈ ਦਇਆਲਾ ਜੀ ਨੂੰ ਪੁੱਛੋ ਕਿ ਭਾਈ ਦਇਆਲਾ ਜੀ ਆ ਉਬਲਦਾ ਪਾਣੀ ਤਪਾ ਨਹੀਂ ਰਿਹਾ ਤੁਹਾਨੂੰ ਇਹ ਅੰਦਰੋਂ ਸਾੜ ਨਹੀਂ ਰਿਹਾ, ਤਪਾ ਨਹੀਂ ਰਿਹਾ? ਕਿਉਂਕਿ ਜਿਵੇਂ ਚੌਂਕੜਾ ਮਾਰ ਕੇ ਬੈਠੇ ਹੋ ਚੌਂਕੜਾ ਖੁੱਲਦਾ ਹੀ ਨਹੀਂ ਪਿਆ। ਉਸੇ ਤਰ੍ਹਾਂ ਤੁਸੀਂ ਜਿਵੇਂ ਟਿਕ ਕੇ ਬੈਠੇ ਹੋ ਸਰੀਰ ਵਿੱਚ ਹਿਲਜੁਲ ਹੋਈ ਕੋਈ ਨਹੀਂ ਰਹੀ, ਤੇ ਆਹ ਜਿਹੜਾ ਤਪਸ਼ ਹੈ ਇਹ ਕੀ ਅੰਦਰੋਂ ਤਪਾ ਨਹੀਂ ਰਹੀ? ਤੇ ਭਾਈ ਦਇਆਲਾ ਜੀ ਹੱਸ ਕੇ ਕਹਿੰਦੇ ਹੋਣਗੇ ਕਿ ਜਿਹੜਾ ਅੰਦਰ ਨਾਮ ਦਿੱਤਾ ਨਾ ਗੁਰੂ ਨੇ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ, ਜਿਹੜਾ ਸ਼ੀਤਲ ਨਾਮ ਅੰਦਰ ਦਿੱਤਾ ਨਾ ਉਹਦੀ ਠੰਡ ਹੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਉਬਲਦੇ ਪਾਣੀ ਦੀ ਤਪਸ਼ ਮੈਨੂੰ ਮਹਿਸੂਸ ਹੀ ਕੋਈ ਨਹੀਂ ਹੋ ਰਹੀ। ਭਾਈ ਸਤੀ ਦਾਸ ਨੂੰ ਪੁੱਛੋ ਕਿ ਭਾਈ ਸਤੀ ਦਾਸ ਸਿਰ ਤੋਂ ਪੈਰ ਤੱਕ ਰੂਹ ਵਿੱਚ ਲਪੇਟ ਕੇ ਅੱਗ ਦੇ ਵਿੱਚ ਸਾੜਿਆ ਜਾ ਰਿਹਾ, ਸਾਰਾ ਸਰੀਰ ਝੁਲਸ ਰਿਹਾ ਹੈ, ਸਾਰਾ ਸਰੀਰ ਜਿਹੜਾ ਉਹ ਸੜ ਰਿਹਾ ਹੈ, ਤੇ ਤੁਸੀਂ ਟਸ ਤੋਂ ਮਸ ਨਹੀਂ ਹੋ ਰਹੇ। ਤੁਸੀਂ ਜਿਵੇਂ ਖਲੋਤੇ ਹੋ ਬਸ ਉਵੇਂ ਹੀ ਤੁਹਾਡੇ ਚਿਹਰੇ ਤੇ ਜੋ ਮੁਸਕਰਾਹਟ, ਜੋ ਖਿੜਿਆਪਨ ਨਜ਼ਰ ਆਉਂਦਾ ਪਿਆ, ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅੱਗ ਦਾ ਸੇਕ ਤੁਹਾਨੂੰ ਲੱਗ ਹੀ ਕੋਈ ਨਹੀਂ ਰਿਹਾ। ਤੇ ਭਾਈ ਸਤੀ ਦਾਸ ਵੀ ਇਹੀ ਕਹਿੰਦੇ ਹੋਣਗੇ ਕਿ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਨਾਮ ਦੀ ਠੰਡ ਅੰਦਰ ਵਰਤਾ ਦਿੱਤੀ ਉਹ ਇੰਨੀ ਜ਼ਿਆਦਾ ਹੈ ਕਿ ਬਾਹਰ ਦਾ ਅੱਗ ਦਾ ਸੇਕ ਵੀ ਮੈਨੂੰ ਜਿਹੜਾ ਉਹ ਸਤਾ ਨਹੀਂ ਰਿਹਾ। ਸੱਚ ਜਾਣਿਓ, ਜਿਹਦੇ ਅੰਦਰ ਹਿਰਦੇ ਵਿੱਚ ਨਾਮ ਦੀ ਬਖਸ਼ਿਸ਼ ਭਰ ਗਈ ਨਾ, ਇਹ ਸ਼ਬਦ ਢੁਕਦਾ ਵੀ ਉਹਨਾਂ ਉੱਤੇ ਹੈ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਜਿਨੇ ਗੁਰੂ ਨੇ ਇਹ ਬਣਤ, ਇਹ ਵਿਧ ਬਣਾ ਕੇ ਸਾਨੂੰ ਦਿੱਤੀ ਹੈ। ਜਿਹੜੇ ਬਾਹਰੋਂ ਠੰਡੇ ਨੇ ਅੰਦਰੋਂ ਤਪਦੇ ਨੇ, ਤੇ ਜਿਹੜੇ ਅੰਦਰੋਂ ਠੰਡੇ ਨੇ ਉਹ ਬਾਹਰੋਂ ਤਪਦੇ। ਤਪਸ਼ ਵੀ ਹੋਵੇ ਤਾਂ ਵੀ ਉਹਨਾਂ ਦੇ ਬਾਹਰ ਦੀ ਤਪਸ਼ ਉਹਨਾਂ ਨੂੰ ਅੰਦਰੋਂ ਨਹੀਂ ਸਾੜ ਸਕਦੀ। ਇਸ ਲਈ ਜਿਸ ਸਤਿਗੁਰੂ ਦੇ ਚਰਨਾਂ 'ਚ ਆ ਕੇ ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਸਿਮਰ ਕੇ ਅੰਦਰ ਦੀ ਤਪਸ਼ ਜਿਹੜੀ ਹੈ ਉਹ ਮਿਟਦੀ ਹੈ, ਉਸ ਗੁਰੂ ਦੇ ਚਰਨਾਂ ਵਿੱਚ ਆ ਕੇ ਸਾਨੂੰ ਨਾਮ ਸਿਮਰਨਾ ਚਾਹੀਦਾ ਹੈ। ਜਹ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੇ। ਕਹਿੰਦੇ ਜਿਸ ਸੱਚੇ ਗੁਰੂ ਕੋਲ ਸੱਚਾ ਗਿਆਨ ਲੈ ਕੇ ਅੰਦਰ ਦੀ ਤਪਸ਼ ਨੂੰ ਮਿਟਾਇਆ ਜਾ ਸਕਦਾ ਹੈ। ਜਿਹੇ ਸਤਿਗੁਰ ਸਿਮਰੰਥ, ਰਿੱਧ ਸਿੱਧ ਨਵ ਨਿਧ ਪਾਵੈ। ਜਿਸ ਸੱਚੇ ਗੁਰੂ ਦਾ ਧਿਆਨ ਧਰ ਕੇ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਕੇ ਰਿੱਧ ਸਿੱਧ ਔਰ ਨਵ ਨਿਧ ਦੀ ਪ੍ਰਾਪਤੀ ਹੁੰਦੀ ਹੈ। ਰਿੱਧ ਸਿੱਧ ਤੇ ਨਵ ਨਿਧ ਦੇ ਅਰਥ ਕੀਤੇ ਸੀ ਆਪ ਜੀ ਨਾਲ ਕਿ ਇਹ ਬਾਹਰ ਦੀਆਂ ਰਿੱਧੀਆਂ ਸਿੱਧੀਆਂ ਤੇ ਨਵ ਨਿਧੀਆਂ ਨਹੀਂ। ਰਿੱਧ ਸਿੱਧ ਨਵ ਨਿਧ ਦਾ ਮਤਲਬ ਹੈ ਕਾਮਯਾਬੀਆਂ, ਸਫਲਤਾਵਾਂ। ਕਿਹੜੀਆਂ ਕਾਮਯਾਬੀਆਂ? ਸੰਸਾਰ ਤੋਂ ਨਿਰੰਕਾਰ ਤੱਕ, ਦਿਮਾਗ ਤੋਂ ਦਿਲ ਤੱਕ, ਇਹ ਕਾਮਯਾਬੀ ਹੈ। ਤੇ ਇਹ ਕੋਈ ਕਾਮਯਾਬ ਹੁੰਦਾ ਹੈ। ਬਾਹਰੋਂ ਤਾਂ ਸਿੱਧ ਬੜੇ ਮਿਲ ਜਾਣਗੇ, ਸਿੱਧੀਆਂ ਪ੍ਰਾਪਤ ਕਰਨ ਵਾਲੇ, ਬਾਹਰੋਂ ਤੁਹਾਨੂੰ ਰਿੱਧੀਆਂ ਸਿੱਧੀਆਂ ਵਾਲੇ ਬੜੇ ਮਿਲ ਜਾਣਗੇ, ਪਰ ਆਹ ਕਾਮਯਾਬੀ ਵਾਲੇ ਤੁਹਾਨੂੰ ਵਿਰਲੇ ਮਿਲਣਗੇ ਜਿਨੇ ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਕਰਕੇ ਕਾਮਯਾਬੀ ਹਾਸਲ ਕੀਤੀ ਹੋਵੇ, ਜਿਨੇ ਸੰਸਾਰ ਤੋਂ ਨਿਰੰਕਾਰ ਦਾ ਸਫ਼ਰ ਤੈਅ ਕੀਤਾ ਹੋਵੇ। ਕਿਉਂਕਿ ਬਾਹਰ ਦੀਆਂ ਰਿੱਧੀਆਂ ਸਿੱਧੀਆਂ ਨੂੰ ਮਾਲਕ ਜੀ ਕਹਿੰਦੇ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਨੇ, ਇਹਨਾਂ ਸਵਾਦਾਂ ਵਿੱਚ ਨਾ ਪੈ ਜਾਇਓ। ਆਹ ਵਾਲਾ ਰਸ ਲਓ ਜਿਹੜਾ ਤੁਹਾਨੂੰ ਅੰਦਰੋਂ ਕਾਮਯਾਬ ਬਣਾਏ, ਜਿਹੜਾ ਤੁਹਾਨੂੰ ਅੰਦਰੋਂ ਸਫਲ ਬਣਾਏ। ਕਹਿੰਦੇ ਜਿਸ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸੱਚੇ ਗੁਰੂ ਨੂੰ ਸਿਮਰ ਕੇ ਅੰਦਰ ਰਿੱਧ ਸਿੱਧ ਤੇ ਨਵ ਨਿਧੀਆਂ ਦੀ
ਪ੍ਰਾਪਤੀ ਹੁੰਦੀ ਹੈ। ਸੋਈ ਰਾਮਦਾਸ ਗੁਰ ਬਾਲਿਆ ਭਣ ਮਿਲ ਸੰਗਤ ਧਨ ਧਨ ਕਰੋ। ਭੱਟ ਜੀ ਦੇ ਜਿਹੜੇ ਅਖੀਰਲੇ ਬਚਨ ਨੇ, ਇਹਨੂੰ ਕਿਉਂਕਿ ਇਹ ਤੱਤ ਹੈ, ਦੋ ਪੰਕਤੀਆਂ ਵਿੱਚ ਉਹਨਾਂ ਨੇ ਸਾਰਾ ਤੱਤ ਜਿਹੜਾ ਇਹਦੇ ਵਿੱਚ ਕੱਢ ਦਿੱਤਾ, ਪਰ ਸਾਰੀ ਗੱਲ ਫਿਰ ਤੋਂ ਸ਼ੁਰੂ ਤੋਂ ਲਿਆਉਣੀ ਪਏਗੀ। ਦੂਜੀ ਬੇਨਤੀ, ਜਿਹੜੇ ਭੱਟ ਬੱਲ ਜੀ ਨੇ ਉਸਤਤ ਵਿੱਚ ਸਵਈਏ ਉਚਾਰਨ ਕੀਤੇ ਨੇ, ਇਹ 5 ਨੇ। ਅੱਜ ਇੱਥੇ ਆ ਕੇ ਫਿਰ ਸਮਾਪਤੀ ਹੋ ਜਾਣੀ ਹੈ। ਅਗਲੇ ਜਿਹੜੇ ਸਵਈਆਂ ਦਾ ਉਚਾਰਨ ਹੈ ਉਹ ਭੱਟ ਕੀਰਤ ਜੀ ਵੱਲੋਂ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਜਿਹੜੇ 7 ਸਵਈਏ ਆਪ ਜੀ ਨੇ ਪਿਛਲੇ ਸਮੇਂ ਵਿੱਚ ਸਰਵਨ ਕੀਤੇ ਸੀ, ਉਹ ਭੱਟ ਮਥਰਾ ਜੀ ਦੇ ਸਨ। ਨਾਲ ਨਾਲ ਗਿਣਤੀ ਵੀ ਕੀਤੀ ਗਈ ਹੈ। ਜਦੋਂ ਮਥਰਾ ਜੀ ਦੇ 7 ਸਵਈਏ ਸੰਪੂਰਨ ਹੋਏ ਤੇ ਨਾਲ ਹੀ ਇੱਕ ਗਿਣਤੀ ਦੇ ਦਿੱਤੀ ਗਈ ਹੈ 49, ਕਿ ਟੋਟਲ ਗੁਰੂ ਰਾਮਦਾਸ ਜੀ ਦੀ ਉਸਤਤ ਕਰਦਿਆਂ 49 ਜਿਹੜੇ ਨੇ ਉਹ ਸਵਈਏ ਹੋ ਚੁੱਕੇ ਨੇ। ਹੁਣ ਅੱਗੇ ਜਾ ਕੇ 5 ਜਿਹੜੇ ਨੇ ਉਹ ਸਵਈਏ ਉਚਾਰਨ ਕੀਤੇ ਭੱਟ ਬੱਲ ਜੀ ਨੇ, ਤੇ ਜਦੋਂ 5ਵਾਂ ਸਵਈਆ ਜਿਹੜਾ ਆਪਾਂ ਸਰਵਣ ਕਰ ਰਹੇ ਹਾਂ, ਇੱਥੇ ਆ ਕੇ ਫਿਰ ਉਹਨਾਂ ਨੇ ਫਿਰ ਗਿਣਤੀ ਜਿਹੜੀ ਆ ਉਹ ਦਿੱਤੀ। ਕਹਿਣ ਲੱਗੇ ਧਿਆਨ ਰੱਖਣਾ, ਜਿਹੜੀ ਗੱਲ ਭੱਟ ਜੀ ਕਰਨਾ ਚਾਹ ਰਹੇ ਨੇ, ਉਹ ਭੱਟ ਇਹ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੇ ਮਨ ਕਰਕੇ ਤੁਹਾਨੂੰ ਸਿਮਰਿਆ ਹੈ, ਜਿਨ੍ਹਾਂ ਨੇ ਮਨ ਕਰਕੇ ਤੁਹਾਨੂੰ ਚੇਤੇ ਕੀਤਾ ਹੈ, ਜਿਨ੍ਹਾਂ ਨੇ ਮਨ ਕਰਕੇ ਤੁਹਾਡੇ ਚਰਨਾਂ ਵਿੱਚ ਜੁੜਨਾ ਕੀਤਾ ਹੈ, ਜਿਨ੍ਹਾਂ ਨੇ ਮਨ ਕਰਕੇ ਤੁਹਾਡੇ ਬਚਨਾਂ ਉਤੇ ਅਮਲ ਕੀਤਾ ਹੈ, ਉਹਨਾਂ ਦੇ ਦੁੱਖ ਦਲਿੱਦਰ ਮੁੱਕ ਗਏ, ਕਾਮ ਕ੍ਰੋਧ ਮਿਟ ਗਿਆ, ਔਰ ਉਹ ਪਾਰਸ ਦਾ ਹੀ ਜਿਹੜਾ ਸੀ ਉਹ ਰੂਪ ਹੋ ਗਏ। ਉਹਨਾਂ ਦੇ ਜੀਵਨ ਦੇ ਅੰਦਰ ਐਸੀਆਂ ਬਖਸ਼ਿਸ਼ਾਂ ਵਰਤੀਆਂ ਕਿ ਉਹਨਾਂ ਦੇ ਨੇਤਰਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਮਨ ਦੇ ਨੇਤਰਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਹਨਾਂ ਦੇ ਜੀ ਅੰਦਰ ਜਿਹੜੀ ਤਪਸ਼ ਸੀ ਉਹ ਸਦਾ ਲਈ ਅੰਦਰੋਂ ਮਿਟ ਗਈ। ਉਹਨਾਂ ਨੂੰ ਕਾਮਯਾਬੀਆਂ ਸਫਲਤਾਵਾਂ ਪ੍ਰਾਪਤ ਹੋ ਗਈਆਂ। ਇਸ ਲਈ ਕਹਿ ਰਹੇ ਨੇ ਉਹ ਕੌਣ ਹੈ? ਕਹਿੰਦੇ ਸੋਈ ਰਾਮਦਾਸ ਗੁਰ। ਸੋਈ ਦਾ ਅਰਥ ਹੈ ਉਹਨੂੰ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਜਿਨ੍ਹਾਂ ਦੇ ਚਰਨਾਂ ਵਿੱਚ ਆ ਕੇ ਕਾਮਯਾਬੀਆਂ ਤੇ ਸਫਲਤਾਵਾਂ ਪ੍ਰਾਪਤ ਹੁੰਦੀਆਂ ਨੇ। ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਇਆ ਜਾ ਸਕਦਾ ਹੈ, ਉਹਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ। ਭੱਲ ਭਣ, ਇਸ ਲਈ ਭੱਲ ਬੱਲ ਭੱਟ ਜੀ ਕਹਿ ਰਹੇ ਨੇ ਮਿਲ ਸੰਗਤ ਧੰਨ ਧੰਨ ਕਰੋ। ਗੁਰਮੁਖਾਂ ਦੀ ਸੰਗਤ ਨੂੰ ਮਿਲ ਕੇ, ਗੁਰਮੁਖਾਂ ਦੀ ਸੰਗਤ ਦੇ ਵਿੱਚ ਬੈਠ ਕੇ ਕੀ ਕਰੋ? ਧੰਨ ਧੰਨ ਕਰੋ। ਇਹ ਕਹੋ ਕਿ ਧੰਨ ਗੁਰੂ ਰਾਮਦਾਸ ਜੀ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਤੁਹਾਡੇ ਚਰਨਾਂ ਵਿੱਚ ਆ ਕੇ ਇੰਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ। ਇਸੇ ਲਈ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਜੀ ਤੁਸੀਂ ਧੰਨ ਹੋ, ਧੰਨ ਹੋ। ਇਹ ਸੰਗਤ ਵਿੱਚ ਮਿਲ ਬੈਠ ਕੇ ਸਾਨੂੰ ਆਖਣਾ ਚਾਹੀਦਾ ਹੈ। ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਇੱਥੇ ਆ ਕੇ ਫਿਰ ਦੁਬਾਰਾ ਕਹਿੰਦੇ ਨੇ, ਭੱਟ ਜੀ ਨੇ ਕਿਹਾ ਕਿ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਸੰਗਤ ਦੇ ਵਿੱਚ ਮਿਲ ਬੈਠ ਕੇ ਧੰਨ ਧੰਨ ਕਹਿਣਾ ਚਾਹੀਦਾ ਹੈ। ਪੁੱਛਿਆ ਕਿਉਂ? ਕਹਿੰਦੇ ਜਹ ਸਤਿਗੁਰ ਲਗ ਪ੍ਰਭ ਪਾਈਐ। ਅਸੀਂ ਮਨੁੱਖਾ ਜਨਮ ਵਿੱਚ ਕਿਉਂ ਆਏ ਹਾਂ? ਸਾਡਾ ਇਸ ਜਨਮ ਵਿੱਚ ਆਉਣ ਦਾ ਮਕਸਦ ਕੀ ਹੈ? ਸਾਨੂੰ ਇਹ ਚੇਤੇ ਹੋਣਾ ਚਾਹੀਦਾ। ਹਰ ਦਿਨ ਉੱਠਦੇ ਆ ਨਾ ਸਵੇਰੇ, ਤੇ ਉੱਠਦਿਆਂ ਸਾਰ ਸਾਨੂੰ ਪਤਾ ਹੁੰਦਾ ਹੈ ਕਿ ਅੱਜ ਮੈਂ ਕਿਹੜੇ ਪਾਸੇ ਜਾਣਾ ਹੈ, ਅੱਜ ਕਿਹੜੀ ਦਿਸ਼ਾ ਵੱਲ ਜਾਣਾ ਹੈ, ਅੱਜ ਕਿਹੜੀ ਮੰਜ਼ਲ ਤੇ ਮੈਂ ਪਹੁੰਚਣਾ, ਅੱਜ ਕਿਸ ਕੰਮ ਵਾਸਤੇ ਮੈਂ ਘਰੋਂ ਨਿਕਲਣਾ ਹੈ। ਸਭ ਪਤਾ ਹੁੰਦਾ ਹੈ। ਅਸੀਂ ਪੂਰਾ ਟਾਈਮ ਟੇਬਲ ਆਪਣਾ ਬਣਾਇਆ ਹੁੰਦਾ ਹੈ ਕਿ ਅੱਜ ਮੈਂ ਇੰਨੇ ਵਜੇ ਇੱਥੇ ਜਾਣਾ, ਇੱਥੇ ਇੰਨੇ ਵਜੇ ਜਾਣਾ, ਫਲਾਣੀ ਥਾਂ ਤੇ ਜਾਣਾ। ਉਹ ਤਾਂ ਸਾਡਾ ਬਾਹਰ ਦਾ ਸਮਾਂ ਨਾ ਜਿਹੜਾ ਅਸੀਂ ਬਣਾ ਲਿਆ। ਪਰ ਕਦੀ ਆਤਮਿਕ ਤਲ ਤੇ ਵੀ ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਕਿਸ ਮੰਜ਼ਲ, ਕਿਸ ਮੁਕਾਮ ਤੇ ਪਹੁੰਚਣਾ ਹੈ। ਤੇ ਸਾਡੇ ਸਾਰਿਆਂ ਦੀ ਮੰਜ਼ਿਲ ਇੱਕੋ ਹੀ ਹੈ।
ਬਾਹਰੋਂ ਅਸੀਂ ਨਫ਼ਰਤ ਬਹੁਤ ਪਾਲ ਲਈ, ਵੰਡੀਆਂ ਵੀ ਬਹੁਤ ਪਾ ਲਈਆਂ, ਇੱਕ ਦੂਜੇ ਦਾ ਅਸੀਂ ਕਤਲ ਵੀ ਕਰਤਾ, ਖੂਨ ਖਰਾਬਾ ਵੀ ਅਸੀਂ ਬੜਾ ਕੀਤਾ। ਅਸੀਂ ਇੱਕ ਦੂਜੇ ਦੀ ਸ਼ਕਲ ਵੇਖਣ ਨੂੰ ਵੀ ਤਿਆਰ ਨਹੀਂ, ਵੰਡੀਆਂ ਵੀ ਪਾ ਲਈਆਂ ਕਿ ਤੂੰ ਫਲਾਣੇ ਧਰਮ ਦਾ, ਤੂੰ ਫਲਾਣੀ ਜਾਤ ਦਾ, ਤੂੰ ਫਲਾਣੇ ਮੁਲਕ ਦਾ। ਅਸੀਂ ਇਹਨਾਂ ਜ਼ਮੀਨਾਂ ਨੂੰ ਵੀ ਵੰਡ ਲਿਆ ਔਰ ਉਹਦੇ ਉੱਤੇ ਅਸੀਂ ਬਾਰਡਰ ਵੀ ਬਣਾ ਦਿੱਤੇ, ਸਿਕਿਉਰਿਟੀ ਵੀ ਉਹਦੇ ਉੱਤੇ ਖੜਾ ਦਿੱਤੀ ਤਾਂ ਕਿ ਉਧਰ ਦਾ ਇੱਥੇ, ਇੱਧਰ ਦਾ ਉਧਰ ਨਾ ਜਾ ਸਕੇ। ਪਰ ਕਦੀ ਵੇਖਿਆ ਕਿ ਜਿੰਨੇ ਵੀ ਜੀਵ ਅਸੀਂ ਸੰਸਾਰ ਤੇ ਆਏ ਹਾਂ, ਸਾਡਾ ਆਤਮਿਕ ਮੰਡਲ ਕਹਿੰਦਾ ਹੈ ਕਿ ਤੇਰੀ ਮੰਜ਼ਿਲ ਇੱਕੋ ਹੀ ਹੈ। ਸਭਨਾਂ ਨੇ ਜਾਣਾ ਇੱਕੋ ਹੀ ਮੁਕਾਮ ਤੇ ਪਹੁੰਚਣਾ, ਇੱਕੋ ਹੀ ਮੰਜ਼ਿਲ ਤੇ ਪਹੁੰਚਣਾ। ਤੇ ਜਦੋਂ ਆਪਾਂ ਜਾਣਾ ਸਾਰਿਆਂ ਨੇ ਇੱਕੋ ਹੀ ਮੰਜ਼ਿਲ ਤੇ ਹੈ, ਤੇ ਫਿਰ ਇਹ ਵੰਡੀਆਂ ਕਿਉਂ, ਨਫ਼ਰਤਾਂ ਕਿਉਂ? ਇਹੀ ਸੀ ਕਾਰਨ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਐਡਾ ਵੱਡਾ ਮੈਸੇਜ ਤੈਨੂੰ ਦੇ ਦਿੱਤਾ, 4 ਦਰਵਾਜ਼ੇ ਰੱਖ ਕੇ ਤੇ ਇੱਕ ਰਾਹ ਬਣਾ ਕੇ ਕਿ ਵੰਡੀਆਂ ਤੁਸੀਂ ਪਾ ਕੇ ਚਾਰੇ ਪਾਸੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਦੇ ਰੂਪ ਵਿੱਚ ਬਣ ਗਏ ਹੋ, ਪਰ ਜਿਸ ਮਾਰਗ ਤੇ ਤੁਰਨਾ ਉਹ ਮਾਰਗ ਇੱਕ ਹੀ ਹੈ। ਇੱਕ ਮਾਰਗ ਤੇ ਤੁਰੋਗੇ ਤਾਂ ਤੁਸੀਂ ਫਿਰ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਸਕਦੇ ਹੋ। ਸਾਡਾ ਜਨਮ ਕਿਉਂ ਹੋਇਆ? ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਹੁਣ ਉਹ ਗੋਬਿੰਦ ਦਾ ਮਿਲਾਪ ਕਿਵੇਂ ਹੈ? ਭੱਟ ਜੀ ਕਹਿੰਦੇ, ਜੈ ਸਤਿਗੁਰ ਲਗ ਪ੍ਰਭ ਪਾਈਐ। ਕਿਸ ਗੁਰੂ ਨੂੰ ਅਸੀਂ ਧੰਨ ਧੰਨ ਕਹਿਣਾ? ਜਿਸ ਕੋਲ ਸੱਚਾ ਗਿਆਨ ਹੈ, ਉਸ ਗੁਰੂ ਦੇ ਚਰਨਾਂ ਵਿੱਚ ਲੱਗ ਜੁੜ ਕੇ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਕੀ ਕਰੀਏ? ਸੋ ਸਤਿਗੁਰ ਸਿਮਰਹੁ ਨਰਹੁ, ਨਰ ਹੋ, ਪ੍ਰਾਣੀਓ ਹੋ। हे ਸੰਸਾਰ ਦੇ ਜੀਵੋ, ਮਨ ਕਰਕੇ ਸੋ ਸਤਿਗੁਰ ਸਿਮਰਹੁ, ਐਸੇ ਸਤਿਗੁਰੂ ਨੂੰ ਚੇਤੇ ਕਰੋ, ਐਸੇ ਗੁਰੂ ਦਾ ਧਿਆਨ ਧਰੋ, ਐਸੇ ਗੁਰੂ ਦੇ ਪ੍ਰਤੀ ਆਪਣੇ ਮਨ ਨੂੰ ਆਵਾਜ਼ ਦਿਓ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੈ ਦਾਤ। ਜੋ ਭੱਟ ਜੀ ਨੇ, ਬਲ ਭੱਟ ਜੀ ਨੇ ਕਿਹਾ, ਇੱਥੇ ਉਹਨਾਂ ਦੇ ਜੋ 5 ਸਵਈਏ ਨੇ ਉਹ ਸੰਪੂਰਨ ਵੀ ਹੋ ਜਾਂਦੇ ਨੇ। ਤੇ ਜੋ ਉਹ ਸਾਨੂੰ ਮੈਸੇਜ ਦੇ ਰਹੇ ਨੇ ਕਿ ਸੋ ਸਤਿਗੁਰ ਸਿਮਰਹੁ ਨਰੋ, ਆਪਣੇ ਮਨ ਕਰਕੇ ਆਪਾਂ ਗੁਰਮੁਖ ਬਣ ਕੇ ਐਸੇ ਸਤਿਗੁਰੂ ਨੂੰ ਸਿਮਰੀਏ ਤੇ ਸਿਮਰਦਿਆਂ ਗੁਰੂ ਸਾਹਿਬ ਨਾਮ ਦੀ ਬਖਸ਼ਿਸ਼ ਦੇਣਗੇ। ਸਾਡੇ ਵੀ ਦੁੱਖ ਦਲਿੱਦਰ ਮੁੱਕ ਜਾਣਗੇ, ਸਾਡੇ ਵੀ ਕਲ ਕਲੇਸ਼ ਮੁੱਕ ਜਾਣਗੇ, ਔਰ ਸਾਡੇ ਜੀਵਨ ਵਿੱਚੋਂ ਵੀ ਕਾਮ ਔਰ ਕ੍ਰੋਧ ਜਿਹੜਾ ਮਿਟ ਜਾਏਗਾ, ਅਗਿਆਨਤਾ ਦਾ ਹਨੇਰਾ ਮਿਟ ਜਾਏਗਾ। ਉਹਦੇ ਲਈ ਆਪਣੇ ਆਪਣੇ ਮਨ ਨੂੰ ਹੋਕਾ ਦਈਏ। ਮੁਬਾਰਕ ਹੈ ਜਿਹੜੇ ਗੁਰੂ ਦਾ ਧਿਆਨ ਧਰ ਕੇ ਰੱਬੀ ਬਾਣੀ ਦਾ ਅਭਿਆਸ ਕਰਦੇ ਨੇ। ਅਸੀਂ ਆਪਣੇ ਆਪ ਨੂੰ ਹੋਕਾ ਦੇਵਾਂਗੇ ਤੇ ਜਿਹੜੇ ਹੋਰ ਵੀ ਸੁਣਨ ਵਾਲੇ ਨੇ ਉਹਨਾਂ ਦਾ ਮਨ ਵੀ ਪ੍ਰਭਾਵਿਤ ਹੋਏਗਾ ਤੇ ਉਹ ਵੀ ਆ ਕੇ ਕਹਿਣਗੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਗੁਰ ਕੀ ਟੇਕ ਰਹੋ ਦਿਨ ਰਾਤ। ਜਾ ਕੀ ਕੋਇ ਨ ਮੇਟੈ ਦਾਤ, ਜਾ ਕੀ ਕੋਇ ਨ ਮੇਟੈ ਦਾਤ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਸਤਿਗੁਰੂ ਕਿਰਪਾ ਕਰ, ਸਮਰੱਥ ਗੁਰੂ ਦਾ ਧਿਆਨ ਧਰ ਕੇ ਗੁਰੂ ਚਰਨਾਂ ਵਿੱਚ ਜੁੜ ਕੇ ਸੱਚੇ ਨਾਮ ਦਾ ਅਭਿਆਸ ਕਰੀਏ, ਤਾਂ ਕਿ ਸਾਡੇ ਉੱਤੇ ਵੀ ਗੁਰੂ ਸਾਹਿਬ ਦੇ ਦੁਆਰਾ ਇਹ ਬਖਸ਼ਿਸ਼ਾਂ ਰਹਿਮਤਾਂ ਵਰਤ ਸਕਣ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ
ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਭੱਟ ਬੱਲ ਜੀ ਜੋ ਸਾਨੂੰ ਉਪਦੇਸ਼ ਦੇ ਰਹੇ ਨੇ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰਹੁ ਨਰਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।